बलटोहा जां बलटोहे दी जिहड़ी धैर वा ओह रौला पा रही आ कि देखो जथेदार दा किन्ना माड़ा विहार, पर ओह विहार ਗਿਆਨੀ ਹਰਪ੍ਰੀਤ ਸਿੰਘ ਦਾ ਬਣਿਆ ਕਿਉਂ? एक पासे ਗਿਆਨੀ हरप्रीत सिंह मना बना के समझा के हंबिया पिया, दूजे पासे विरसा सिंह बलटोहा जिहड़ा ओहनूं कोई समझ ही नहीं लग रही भी ये किहा की जा रहा भी। 8 साल ਲਈ ਅਕਾਲੀ ਦਲ ਤੋਂ ਫਾਰਗ ਕਰਨ ਵਾਲਾ ਸਖਤ ਫੈਸਲਾ ਹੋ ਗਿਆ। ਉਦੋਂ ਬਾਅਦ ਵਿਹਲਾ ਹੋ ਕੇ ਵਿਰਸਾ ਸਿੰਘ ਬਲਟੋਹਾ ਨੇ ਫਿਰ ਕੰਮ ਹੀ ਇਹ ਫੜ ਲਿਆ ਵੀ ਗਿਆਨੀ ਹਰਪ੍ਰੀਤ ਸਿੰਘ ਦੀ ਯਹੀ ਤਹੀ ਦੇਣੀ। ਕੁੱਲ ਮਿਲਾ ਕੇ ਇੱਕ ਮਾਹੌਲ ਤਿਆਰ ਕਰਕੇ ਵਿਰਸਾ ਸਿੰਘ ਬਲਟੋਹਾ ਤੇ ਬਾਦਲ ਦਲ ਨੇ ਜਿਹੜਾ 2 ਦਸੰਬਰ ਨੂੰ ਫੈਸਲਾ ਹੋਇਆ ਸੀ ਉਹਦੀ ਇੱਕ ਤਰੀਕੇ ਨਾਲ ਸਜ਼ਾ ਦਿੱਤੀ ਆ ਕਿ ਤੁਸੀਂ ਉਸ ਦਿਨ ਬੜਾ ਉੱਡ ਕੇ ਪੈਂਦੇ ਸੀ ਵੀ ਤੂੰ ਦੱਸ ਸਾਫ਼ ਗੱਲ ਵੀ ਤੁਸੀਂ ਆਹ ਕੀਤਾ, ਤੁਸੀਂ ਉਹ ਕੀਤਾ। ਸੋ ਜਿਹੜਾ ਅਕਾਲ ਤਖਤ ਸਾਹਿਬ ਦੀ ਅਥਾਰਟੀ ਹੈ ਉਹਨੂੰ ਜਾਂ ਪੰਜ ਸਿੰਘ ਸਾਹਿਬਾਨ ਦੀ ਜਿਹੜੀ ਸੇਵਾ ਉਹਨੂੰ ਨਿਭਾਉਣ ਦਾ ਖਮਿਆਜਾ ਜਿਹੜਾ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਅੱਜ ਭੁਗਤਣਾ ਪੈ ਰਿਹਾ। ਜਿੰਨਾ ਭੈੜਾ ਅੱਜ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤਾ, ਮੈਨੂੰ ਡਰ ਵਾ ਕਿ ਬੀਬੀ ਸਤਵੰਤ ਕੌਰ ਨਾਲ ਵੀ ਇਹੋ ਜਿਹਾ ਮਾੜਾ ਕਰ ਸਕਦੇ ਆ ਤੇ ਇਹ ਭਾਈ ਨਰੈਣ ਸਿੰਘ ਚੌੜਾ ਨੂੰ ਛੇਕਣ ਵਾਲਾ ਕੰਮ ਵੀ ਕਰਾਉਣਗੇ। ਜਥੇਦਾਰ ਸਾਹਿਬਾਨ ਸੋਚ ਲੈਣ ਕਿ ਉਹਨਾਂ ਨੇ ਗਿਆਨੀ ਗੁਰਬਚਨ ਸਿੰਘ ਵਾਲੇ ਰਾਹ ਪੈਣਾ ਹੈ ਕਿ ਉਹਨਾਂ ਨੇ ਪੰਥ ਵਿੱਚ ਆਪਦਾ ਸਤਿਕਾਰ ਬਣਾਉਣਾ। ਇੱਥੇ ਤਾਂ ਇਹ ਕੰਮ ਇਹਨਾਂ ਨੇ ਫੜਿਆ ਹੋਇਆ ਵੀ ਜਿਹੜਾ ਵੀ ਬੰਦਾ ਸਾਡੇ ਬਾਦਲਕਿਆਂ ਦੇ ਹਿੱਤਾਂ ਦੇ ਉਲਟ ਚੱਲੂਗਾ, ਆਪਦੀਆਂ ਚਾਹੇ ਸਾਡੀਆਂ ਜ਼ਮਾਨਤਾਂ ਜ਼ਬਤ ਹੋ ਜਾਣ, ਪਰ ਅਸੀਂ ਇਹ ਕੰਮ ਜਿਹੜਾ ਹੈਗਾ ਠੋਕੀ ਜਾਣੇ ਆ ਸਾਰੇ। ਇਹ ਜਿਹੜੇ ਰਘੂਜੀਤ ਸਿੰਘ ਵਿਰਕ ਤੇ ਹੋਰ ਨੇ ਸਾਰੇ ਇਹ ਬੰਦੇ ਤਾਂ ਉਦੋਂ ਬਾਦਲਕਿਆਂ ਦੀ ਕਰਤੂਤ ਦਾ ਹਿੱਸਾ ਬਣੇ ਰਹੇ, ਬਰਗਾੜੀ ਵਹਿਬਲ ਕਾਂਡ ਤੇ ਹੋਰ ਸਾਰੀਆਂ ਗੱਲਾਂ 'ਚ ਉਹਨਾਂ ਦੇ ਨਾਲ ਰਹੇ। ਅੱਜ ਇਸ ਰਘੂਜੀਤ ਸਿੰਘ ਵਿਰਕ ਤੇ ਇਹਦੇ ਨਾਲਦਿਆਂ ਨੂੰ ਡਿਊਟੀ ਦੇਤੀ ਕਿ ਤੁਸੀਂ ਜੀ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਕਰਨੀ। ਦੱਸੋ ਹੁਣ ਜਾਂਚ ਉਹ ਬੰਦੇ ਕਰਨਗੇ ਜਿਹੜੇ 2 ਦਸੰਬਰ ਨੂੰ ਦੋਸ਼ੀ ਗਰਦਾਨੇ ਗਏ। ਵੋਟ ਪਾਟਣ ਵਾਲਾ ਕੰਮ ਤਾਂ ਪੰਜਾਬ ਚੋਂ ਖਤਮ। ਸੁਭਾਵਕ ਆ ਕਿ ਦੂਜੀਆਂ ਪਾਰਟੀਆਂ ਬੀਜੇਪੀ ਜਾਂ ਹੋਰ ਆਪਦਾ ਦਾਅ ਲਾਉਣਾ ਚਾਹੁਣਗੀਆਂ। ਹੁਣ ਉਹ ਚਾਹੁਣਗੇ ਕੋਈ ਇਹੋ ਜਿਹਾ ਅਕਾਲੀ ਦਲ ਪੰਜਾਬ 'ਚ ਪੈਦਾ ਹੋਵੇ ਜਿਹੜਾ ਬਾਦਲਕਿਆਂ ਦੇ ਪੈਰਲਲ ਹੋਵੇ, ਜਿਹਨੂੰ ਅਸੀਂ ਖੜਾ ਕਰੀਏ ਤੇ ਸਾਥ ਸਹਿਯੋਗ ਦੇ ਕੇ ਉਹਨਾਂ ਤੋਂ ਸ਼੍ਰੋਮਣੀ ਕਮੇਟੀ ਖੋਈਏ। ਜਿਹੜੀ ਗੱਲ ਇਹ ਆਖੀ ਜਾ ਰਹੀ ਆ ਕਿ ਸੁਖਬੀਰ ਬਿਨਾਂ ਕਿੱਥੇ ਅਕਾਲੀ ਦਲ ਚੱਲ ਪਊ, ਉਹ ਪੈਸਾ ਕਿਹੜਾ ਖਰਚੂ, ਇਹ ਆਉਂ ਲੱਗਦਾ ਜਿਵੇਂ ਸਮੁੱਚਾ ਖਾਲਸਾ ਪੰਥ ਬਾਦਲ ਪਰਿਵਾਰ ਦਾ ਮਥਾਜ ਹੋਵੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੁਧਿਆਣੇ ਦੇ ਨੇੜੇ ਸ਼੍ਰੋਮਣੀ ਕਮੇਟੀ ਅਧੀਨ ਚੱਲਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਅੰਤਰੰਗ ਕਮੇਟੀ ਦੀ ਮੀਟਿੰਗ ਦੇ ਬਾਅਦ ਵਿੱਚ ਆਪਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਤੇ ਇਹ ਕਹਿ ਦਿੱਤਾ ਗਿਆ ਕਿ ਅਗਲੇ ਹੁਕਮਾਂ ਤੱਕ ਤੁਸੀਂ ਕਿਸੇ ਵੀ ਮੀਟਿੰਗ ਦਾ ਹਿੱਸਾ ਨਹੀਂ ਬਣ ਸਕਦੇ, ਕਿਸੇ ਪ੍ਰੋਗਰਾਮ 'ਚ ਸ਼ਮੂਲੀਅਤ ਨਹੀਂ ਕਰ ਸਕਦੇ ਤੇ 3 ਮੈਂਬਰੀ ਇੱਕ ਜਾਂਚ ਕਮੇਟੀ ਬਣਾ ਰਹੇ ਆ ਜਿਹੜੀ 15 ਦਿਨ ਦੇ ਵਿੱਚ ਜਾਂਚ ਕਰਕੇ ਉਸ ਤੋਂ ਬਾਅਦ ਵਿੱਚ ਜਿਹੜਾ ਹੈਗਾ ਤੁਹਾਡਾ ਫੈਸਲਾ ਕਰਾਂਗੇ, ਕਿਉਂਕਿ ਤੁਹਾਡੇ ਸਾਡੂ ਨੇ ਜਿਹੜੀ ਸ਼ਿਕਾਇਤ ਕੀਤੀ ਆ ਉਹਦੇ ਸੰਬੰਧ ਵਿੱਚ ਜਾਂਚ ਕਰਨੀ ਆ ਤੇ ਉਹਨਾਂ ਟਾਈਮ ਲਈ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਿਹੜੇ ਹੈਡ ਗ੍ਰੰਥੀ ਉਹ ਜਿਹੜੀਆਂ ਜਥੇਦਾਰ ਦੀਆਂ ਸਭਾਵਾਂ ਨੇ ਉਹ ਨਿਭਾਉਣਗੇ। ਸੋ ਮੋਟੇ ਤੌਰ ਤੇ ਗੱਲ ਇਹ ਹੈਗੀ ਆ ਕਿ ਬੇਸ਼ੱਕ ਇਹਨੂੰ ਟੈਕਨੀਕਲੀ ਲੋਕ ਕਹਿ ਸਕਦੇ ਆ ਕਿ ਸਸਪੈਂਡ ਕੀਤਾ ਜਥੇਦਾਰ ਨੂੰ, ਪਰ ਸਾਫ਼ ਦਿਖਦਾ ਹੈਗਾ ਕਿ ਉਹਨਾਂ ਨੇ ਸਿਰਫ ਇੱਕ ਝਟਕੇ ਨਾਲ ਝਟਕਾ ਕਰਨ ਦੀ ਥਾਂ ਹਲਾਲ ਕਰਨ ਵਾਲਾ ਰਾਹ ਅਪਣਾਇਆ। ਵੈਸੇ ਜਦੋਂ ਝਟਕਾ ਕਰਦੇ ਆ ਤਾਂ ਇੱਕ ਝਟਕੇ ਨਾਲ ਕੰਮ ਨਿਬੜ ਜਾਂਦਾ ਤੇ ਹਲਾਲ ਬੜਾ ਤਕਲੀਫ ਵਾਲਾ ਸਿਸਟਮ ਹੈ। ਸੋ ਉਹਨਾਂ ਨੇ ਇਹ ਗੱਲ ਇਸ ਤਰੀਕੇ ਨਾਲ ਬਿਉਂਤੀ ਲੱਗਦੀ ਆ ਕਿ 15-20 ਦਿਨ ਚੰਗੀ ਸ਼ੀਸ਼ਾ ਲੀਦਰ ਕਰਾਂਗੇ, ਇਹਦੀ ਮਿੱਟੀ ਪੱਟਾਂਗੇ, ਇਹਨੂੰ ਬਦਨਾਮ ਕਰਾਂਗੇ, ਇਹਦੀ ਕਿਰਦਾਰਕੁਸ਼ੀ ਕਰਾਂਗੇ ਤੇ 15 ਦਿਨ ਬਾਅਦ ਵਿੱਚ ਇਹਨੂੰ ਰੱਜ ਕੇ ਖਪਾ ਕੇ ਸਤਾ ਕੇ ਫੇਰ ਕਵਾਂਗੇ ਕਿ ਤੇਰੇ ਖਿਲਾਫ ਗਿਆਨੀ ਹਰਪ੍ਰੀਤ ਸਿੰਘ ਦੋਸ਼ ਸਾਬਤ ਹੋ ਗਏ ਆ, ਸੋ ਤੈਨੂੰ
ਇਸ ਕਰਕੇ ਅਹੁਦੇ ਤੋਂ ਫਾਰਗ ਕਰਦੇ ਹਾਂ। ਤੋ ਮੈਂ ਅੱਜ ਆਪਦੀ ਇਸ ਗੱਲਬਾਤ ਦੇ ਵਿੱਚ ਫਾਰਗ ਅੱਖਰ ਹੀ ਵਰਤਿਆ, ਕਿਉਂਕਿ ਹੁਣ ਵੀ ਵੈਸੇ ਵੀ ਉਹ ਫਾਰਗ ਹੀ ਹੈ। ਤੇ ਇਸ ਗੱਲ ਦਾ ਸਭ ਨੂੰ ਭਲੀ ਭਾਂਤ ਪਤਾ ਹੀ ਸੀਗਾ। ਆਪ ਵੀ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਦਿਨਾਂ 'ਚ ਇਹ ਲਗਾਤਾਰ ਗੱਲ ਮੀਡੀਆ ਰਾਹੀਂ ਜ਼ਾਹਿਰ ਕਰਦੇ ਆ ਰਹੇ ਨੇ ਕਿ 2 ਦਸੰਬਰ ਤੋਂ ਜਦੋਂ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਬਾਦਲ ਕਿਆਂ ਨੂੰ ਉਹਨਾਂ ਦੇ ਗੁਨਾਹਾਂ ਦੀ ਤਨਖਾਹ ਲਾਈ ਗਈ, ਸਿੱਖ ਰਹਿਤ ਮਰਿਆਦਾ ਤੋਂ ਸੇਧ ਲੈ ਕੇ ਜੋ ਉਸ ਦਿਨ ਸਾਰਾ ਵਰਤਾਰਾ ਵਾਪਰਿਆ, ਉਸ ਦਿਨ ਤੋਂ ਹੀ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਹੈ ਉਹ ਨਿਸ਼ਾਨੇ ਤੇ ਹੈ। ਗਿਆਨੀ ਰਘਵੀਰ ਸਿੰਘ ਜਿਹੜੇ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ, ਉਹਨਾਂ ਨੇ ਪਤਾ ਨਹੀਂ ਬਾਦਲ ਕਿਆਂ ਨਾਲ ਕਿਵੇਂ ਗੱਲ ਨਿਬੇੜੀ ਜਾਂ ਕੀ ਕਿਹਾ। ਜਾਪਦਾ ਇਹੀ ਆ ਕਿ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੋਣੀ ਆ ਕਿ ਜਿਹੜੇ ਫੈਸਲਿਆਂ ਦਾ ਤੁਹਾਨੂੰ ਜ਼ਿਆਦਾ ਇਤਰਾਜ਼ ਆ, ਜਿਨ੍ਹਾਂ ਵਿੱਚੋਂ ਫਖਰੇ ਕੌਮ ਵਾਲਾ ਫੈਸਲਾ ਜਿਹੜਾ ਵੱਡੇ ਬਾਦਲ ਨੂੰ ਫਖਰੇ ਕੌਮ ਵਾਪਸ ਲਿਆ ਗਿਆ, ਦੂਜਾ ਜਿਹੜਾ ਕਿ ਮੌਜੂਦਾ ਬਾਦਲ ਦਲ ਦੀ ਲੀਡਰਸ਼ਿਪ ਰਾਜਸੀ ਖੇਤਰ ਵਿੱਚ ਅਗਵਾਈ ਕਰਨ ਦੇ ਅਯੋਗ ਹੈ, ਇਹ ਫੈਸਲਾ, ਤੀਜਾ ਇਹ ਕਿ ਨਵੀਂ ਭਰਤੀ ਕੀਤੀ ਜਾਵੇ ਆਧਾਰ ਕਾਰਡ ਵਰਤ ਕੇ ਤੇ ਇਸ ਤਰੀਕੇ ਨਾਲ ਨਵਾਂ ਅਕਾਲੀ ਦਲ ਆ ਜਿਹੜਾ ਉਹਨੂੰ ਲਿਆਂਦਾ ਜਾਵੇ। ਸੋ ਇਹ ਗੱਲਾਂ ਦਾ ਸਾਫ਼ ਭਾਵ ਤਾਂ ਇਹੀ ਆ ਕਿ ਜਿਹੜੇ ਗੁਨਾਹ ਬਾਦਲ ਕਿਆਂ ਨੇ ਕੀਤੇ ਨੇ, ਉਹਨਾਂ ਕਰਕੇ ਹੁਣ ਤੁਸੀਂ ਤਾਂ ਸਿੱਖ ਸਿਆਸਤ ਵਿੱਚੋਂ ਬਿਲਕੁਲ ਆਊਟ ਹੋ, ਖਤਮ ਹੋ। ਇਹ ਨਵੇਂ ਅਕਾਲੀ ਦਲ ਦੀ ਪੰਥ ਨੂੰ ਲੋੜ ਹੈ, ਕਿਉਂਕਿ ਸਿਧਾਂਤਕ ਤੌਰ ਤੇ ਇਹ ਗੱਲ ਬੜੀ ਪੱਕੇ ਤੌਰ ਦੇ ਉੱਤੇ ਹੈ ਕਿ ਅਕਾਲ ਤਖ਼ਤ ਸਾਹਿਬ, ਇੱਕ ਅਕਾਲ ਤਖ਼ਤ ਸਾਹਿਬ ਸੈਂਕੜੇ 100 ਅਕਾਲੀ ਦਲ ਖੜੇ ਕਰ ਸਕਦਾ, ਪਰ 1000 ਅਕਾਲੀ ਦਲ ਰਲ ਕੇ ਇੱਕ ਅਕਾਲ ਤਖ਼ਤ ਨਹੀਂ ਬਣਾ ਸਕਦੇ। ਅਕਾਲ ਤਖ਼ਤ ਸਾਹਿਬ ਬਹੁਤ ਮਹਾਨ ਹੈ ਤੇ ਇਸ ਫਲਸਫੇ ਦੇ ਤਹਿਤ ਜਦੋਂ ਆਪਾਂ ਸਾਰੇ ਤੇ ਇਸ ਇਤਿਹਾਸਕ ਘਟਨਾਕ੍ਰਮ ਤੇ ਨਜ਼ਰ ਮਾਰਦੇ ਹਾਂ, ਬੇਸ਼ੱਕ ਕੌਮ ਦੇ ਇੱਕ ਹਿੱਸੇ ਨੂੰ ਇਹ ਚੀਜ਼ ਪ੍ਰਵਾਨ ਨਹੀਂ ਸੀ, ਪਰ ਫਿਰ ਵੀ ਕੌਮ ਦੇ ਇੱਕ ਬਹੁਤ ਵੱਡੇ ਹਿੱਸੇ ਨੇ 2 ਦਸੰਬਰ ਦੇ ਫੈਸਲਿਆਂ ਨਾਲ ਸਹਿਮਤੀ ਦਰਸਾਈ ਸੀ ਤੇ ਜਥੇਦਾਰਾਂ ਦਾ ਵਕਾਰ ਵੀ ਵਧਿਆ ਸੀ। ਲੋਕਾਂ ਦਾ ਅਕਾਲ ਤਖ਼ਤ ਸਾਹਿਬ ਦੇ ਵਿੱਚ ਦੁਬਾਰਾ ਭਰੋਸਾ ਬਹਾਲ ਹੋਇਆ ਸੀ, ਜਿਹੜਾ ਭਰੋਸਾ ਬਾਦਲ ਕਿਆਂ ਨੇ ਗਿਆਨੀ ਗੁਰਬਚਨ ਸਿੰਘ ਵੇਲੇ ਖਾਸ ਤੌਰ ਤੇ, ਵੈਸੇ ਤਾਂ ਅੱਗੇ ਪਿੱਛੋਂ ਵੀ ਇਹ ਸ਼ਿਕਾਇਤ ਪੰਥ ਨੂੰ ਰਹੀ ਆ ਕਿ ਬਾਦਲ ਦਲ ਵਾਲੇ ਆਪਣੀਆਂ ਸਿਆਸੀ ਲੋੜਾਂ ਦੇ ਲਈ ਇਸ ਮਹਾਨ ਸੰਸਥਾ ਨੂੰ ਬੜੀ ਗੈਰ ਜ਼ਿੰਮੇਵਾਰੀ ਨਾਲ ਵਰਤਦੇ ਨੇ। ਪਰ ਇਹ ਗੱਲ ਅੱਜ ਦੀ ਤਰੀਕ ਵਿੱਚ ਜਦੋਂ ਆਪਾਂ ਦੇਖਦੇ ਹਾਂ, ਗੱਲ ਉੱਥੇ ਹੀ ਲਿਜਾ ਕੇ ਸੁੱਟ ਦਿੱਤੀ ਆ ਬਾਦਲ ਕਿਆਂ ਨੇ ਜਿੱਥੋਂ ਤੁਰੇ ਸੀ। ਸੋ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਅਹੁਦੇ ਨੂੰ ਸਾਂਭਿਆ ਸੀ, ਉਸ ਮੌਕੇ ਗਿਆਨੀ ਗੁਰਬਚਨ ਸਿੰਘ ਤੇ ਬਾਦਲ ਕਿਆਂ ਦੇ ਕਰਕੇ ਬਹੁਤ ਬੁਰੀ ਹਾਲਤ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਤਰੀਕੇ ਨਾਲ ਸਿਫਰ ਤੋਂ ਸ਼ੁਰੂ ਕਰਕੇ ਇਸ ਅਹੁਦੇ ਦਾ, ਇਸ ਸੰਸਥਾ ਦਾ ਆਧਾਰ, ਵਕਾਰ, ਪ੍ਰਵਾਨਗੀ ਵਧਾਉਣ ਵਿੱਚ ਕਾਫੀ ਮਿਹਨਤ ਕੀਤੀ। ਆਪਾਂ ਨੂੰ ਯਾਦ ਆ ਕਿ ਹਰ ਸਾਲ ਜਦੋਂ ਜੋੜ ਮੇਲਾ ਜਾਂ ਵਿਸਾਖੀ ਮੌਕੇ ਮਾਫ ਕਰਨਾ, ਜਦੋਂ ਦੀਵਾਲੀ ਵਾਲੇ ਦਿਨ ਬੰਦੀ ਛੋੜ ਦਿਹਾੜੇ ਮੌਕੇ ਇੱਥੇ ਟਕਰਾਅ ਹੋ ਜਾਂਦਾ ਸੀ, ਪਰ ਜਦੋਂ ਗਿਆਨੀ ਹਰਪ੍ਰੀਤ ਸਿੰਘ ਆਏ, ਇਹਨਾਂ ਵੇਲੇ ਕਾਫੀ ਜ਼ਿਆਦਾ ਸਹਿਜਤਾ ਆ ਗਈ ਸੀ। ਸੋ ਉਸ ਮੌਕੇ ਬਾਦਲ ਦਲ ਵਾਲਿਆਂ ਨੇ ਇਹ ਸੋਚਿਆ ਕਿ ਆਪਾਂ ਗਿਆਨੀ ਹਰਪ੍ਰੀਤ ਸਿੰਘ ਦੇ ਰਾਹੀਂ ਇਸ ਮਸਲੇ ਦਾ ਕੋਈ ਹੱਲ ਕੱਢੀਏ, ਕਿਉਂਕਿ ਬਰਗਾੜੀ, ਬਹਿਬਲ, ਡੇਰਾ ਸਰਸਾ, ਸੈਣੀ ਆਲਮ, ਇਹ ਸਾਰੀਆਂ ਗੱਲਾਂ ਰਲ ਕੇ ਉਹਨਾਂ ਦੇ ਸਿਆਸੀ ਸਫ਼ਰ ਨੂੰ ਰੋਕੀ ਬੈਠੀਆਂ ਸੀ। ਜ਼ਮਾਨਤਾਂ ਜ਼ਬਤ ਹੋ ਰਹੀਆਂ ਸੀ ਤੇ ਬਹੁਤ ਮਾੜਾ ਹਾਲ ਹੈ। ਉਸ ਮਾਹੌਲ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਹਰ ਵਾਰੀ ਇਹ ਗੱਲ ਕਹਿ ਕੇ ਟਾਲਾ ਉਹਨਾਂ ਨੂੰ ਮਾਰਿਆ ਕਿ ਤੁਸੀਂ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਜਦੋਂ ਮਰਜ਼ੀ ਆ ਜਾਓ ਤੇ ਆਪਦੇ ਗੁਨਾਹਾਂ ਬਾਰੇ ਇਹ ਨਾ ਕਹੋ ਕਿ ਜਾਣੇ ਅਣਜਾਣੇ, ਸਾਫ਼ ਤੌਰ ਤੇ ਮੰਨੋ ਕਿ ਆਹ ਜੁਰਮ ਕੀਤੇ ਆ, ਪਾਪ ਕੀਤੇ ਆ, ਤੇ ਜੋ ਤਨਖਾਹ ਫਿਰ ਬਣਦੀ ਆ ਉਸ ਹਿਸਾਬ ਨਾਲ ਤੁਹਾਨੂੰ ਅਸੀਂ ਸੁਣ ਲਵਾਂਗੇ। ਪਰ ਬਾਦਲ ਦਲ ਦੇ ਜਾਂ ਬਾਦਲ ਪਰਿਵਾਰ ਦੇ ਜਾਂ ਸੁਖਬੀਰ ਦੇ ਜਿਹੜੇ ਨੇੜਲੇ ਨੇ, ਉਹਨਾਂ ਨੇ ਇਸ ਗੱਲ ਨੂੰ ਕਦੇ ਮੰਨਿਆ ਨਹੀਂ। ਉਲਟਾ ਉਹਨਾਂ ਨੇ ਇਹ ਜਿੱਦ ਫੜੀ ਰੱਖੀ ਕਿ ਆਪਾਂ
ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਛੱਡਣੀ ਤੇ ਹੁਣ ਤੱਕ ਛੱਡੀ ਵੀ ਨਹੀਂ। ਸੋ ਇਸ ਮਾਹੌਲ ਦੇ ਵਿੱਚ ਇੱਕ ਕਿਰਦਾਰ ਵਿਰਸਾ ਸਿੰਘ ਬਲਟੋਹਾ ਦਾ ਉੱਭਰਦਾ। ਵਿਰਸਾ ਸਿੰਘ ਬਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਵਾਰ-ਵਾਰ ਇਹ ਗੱਲ ਆਖੀ ਕਿ ਤੁਸੀਂ ਐ ਕਰ ਲਓ, ਉਹ ਕਰ ਲਓ, ਐਡੀ ਕੋਈ ਗੱਲ ਨਹੀਂ। ਤੇ ਵਿਰਸਾ ਸਿੰਘ ਬਲਟੋਹਾ ਜਾਂ ਹਰੇਕ ਨੂੰ ਜਿਹੜੀ ਗੱਲ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਰਿਹਾ ਕਿ ਇਹ ਮਸਲਾ ਇੰਨਾ ਸਹਿਜ ਨਹੀਂ ਹੈ, ਤੇ ਉਹ ਜਿਹੜੀ ਗੱਲ ਵਿਰਸਾ ਸਿੰਘ ਕਹਿੰਦਾ ਸੀ ਵੀ ਦਲੇਰ ਬਣੋ, ਜੁਰਤ ਨਾਲ ਕੰਮ ਕਰੋ, ਜੁਰਤ ਵਾਲਾ ਜਥੇਦਾਰ ਚਾਹੀਦਾ, ਉਹਦਾ ਮਤਲਬ ਇਕੱਲਾ ਇੰਨਾ ਕੀ ਸੀ, ਬਸ ਵੀ ਤੁਸੀਂ ਬਾਦਲ ਕਿਆਂ ਨੂੰ ਮਾਫ ਕਰੋ, ਸਾਡੀ ਸਿਆਸਤ ਜਿਹੜੀ ਅੱਗੇ ਤੁਰੇ। ਤੇ ਇਸ ਤਰੀਕੇ ਨਾਲ ਜਦੋਂ ਵਾਰ-ਵਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਮਜ਼ੋਰ ਜਥੇਦਾਰ ਕਿਹਾ ਗਿਆ ਹੈ, ਤਾਂ ਖਿੱਝ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਹਿ ਹੀ ਦਿੱਤਾ ਕਿ ਭਾਈ ਠੀਕ ਆ, ਫਿਰ ਵਿਰਸਾ ਸਿੰਘ ਬਲਟੋਹਾ ਨੂੰ ਵੀ ਬਣਾ ਲਓ, ਉਹਦੇ ਨਾਲੋਂ ਵੱਧ ਦਲੇਰ ਤਾਂ ਕੋਈ ਹੋਣਾ ਨਹੀਂ। ਹੁਣ ਵਿਰਸਾ ਸਿੰਘ ਬਲਟੋਹਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੇਲੇ 1982-83 ਚ ਫੈਡਰੇਸ਼ਨ ਕਰਕੇ ਕਾਫੀ ਉਸ ਮੌਕੇ ਤੋਂ ਚਰਚਾ 'ਚ ਰਿਹਾ ਹੈ। ਬਾਅਦ ਵਿੱਚ ਦਰਬਾਰ ਸਾਹਿਬ ਦੇ ਵਿੱਚ ਹਰਮਿੰਦਰ ਸਿੰਘ ਸੰਧੂ, ਮਹਿਤਾ ਚਾਵਲਾ ਤੇ ਹੋਰ ਜਿਹੜੇ ਫੈਡਰੇਸ਼ਨਿਸਟ ਜਾਂ ਹੋਰ ਨੌਜਵਾਨ ਜੁਝਾਰੂ ਸਿੰਘ ਜਿਹੜੇ ਗ੍ਰਿਫਤਾਰ ਕਰਕੇ ਜੋਧਪੁਰ ਰੱਖੇ ਗਏ, ਉਹਨਾਂ ਵਿੱਚ ਵਿਰਸਾ ਸਿੰਘ ਬਲਟੋਹਾ ਦਾ ਜ਼ਿਕਰ ਆਉਂਦਾ। ਉਸ ਤੋਂ ਅਗਲੀ ਗੱਲ ਇਹ ਆ ਕਿ ਜਿਹੜਾ ਟਕਰਾਅ ਜੋਧਪੁਰ ਜੇਲ੍ਹ ਦੇ ਵਿੱਚ ਇਹਨਾਂ ਨੌਜਵਾਨਾਂ ਦਾ ਧੜੇਬਾਜ਼ੀ ਬਣੀ, ਉਹਦੇ ਵਿੱਚ ਵੀ ਵਿਰਸਾ ਸਿੰਘ ਬਲਟੋਹਾ ਦਾ ਇੱਕ ਰੋਲ ਹੈ। ਜਦੋਂ ਇਸ ਜੋਧਪੁਰ ਜੇਲ੍ਹ ਦੇ ਵਿੱਚੋਂ, ਨਾਭੇ ਜੇਲ੍ਹ ਤੋਂ ਜਾਂ ਹੋਰਨਾਂ ਥਾਵਾਂ ਤੋਂ ਜੂਨ 1984 ਮੌਕੇ ਗ੍ਰਿਫਤਾਰ ਕੀਤੇ ਸਿੰਘਾਂ ਵਿੱਚੋਂ ਕੁਝ ਬੰਦਿਆਂ ਨੂੰ ਰਿਮਾਂਡਾਂ ਤੇ ਲਿਆ ਕੇ ਅੰਬਾਲੇ ਜਿਹੜਾ ਰੱਖਿਆ ਗਿਆ ਤੇ ਉੱਥੇ ਪੁੱਛ ਪੜਤਾਲ ਹੋਈ। ਉਹਦੇ ਵਿੱਚ ਭਾਈ ਲਾਭ ਸਿੰਘ ਤੇ ਹੋਰ ਕਈਆਂ ਦੇ ਉੱਤੇ ਪੁਲਿਸ ਨੇ ਤਸ਼ੱਦਦ ਕੀਤਾ ਤੇ ਬਾਅਦ ਵਿੱਚ ਇਹ ਗੱਲ ਜਿਹੜੀ ਸੀ ਖੁੱਲੀ ਕਿ ਇਹਨਾਂ ਵਿੱਚੋਂ ਬਹੁਤੀਆਂ ਵਾਰਦਾਤਾਂ ਬਾਰੇ ਵਿਰਸਾ ਸਿੰਘ ਬਲਟੋਹਾ ਨੇ ਉੱਥੇ ਇਕਬਾਲ ਕੀਤਾ ਸੀ ਕਿ ਇਹ ਫਲਾਣੇ ਨੇ ਕੀਤੀਆਂ ਨੇ, ਤੇ ਜਦੋਂ ਕੋਈ ਬੰਦੇ ਦਾ ਪਤਾ ਹੋਵੇ ਪੁਲਿਸ ਨੂੰ ਤੇ ਉਹ ਮੰਨੇ ਨਾ, ਫਿਰ ਉਹਦੇ ਕੁੱਟ ਪੈਂਦੀ ਆ। ਤੋਂ ਲਾਭ ਸਿੰਘ ਹੋਣਾ ਦੇ ਕਾਫੀ ਜ਼ਿਆਦਾ ਉਦੋਂ ਮਾਰ ਕੁੱਟ ਵੀ ਹੋਈ। ਇਹ ਤੋਂ ਚਿੜ ਕੇ ਜਾਂ ਇਹ ਤੋਂ ਦੁੱਖ ਮੰਨ ਕੇ ਜਦੋਂ ਜੋਧਪੁਰ ਸਾਰੇ ਇਕੱਠੇ ਹੋਏ ਤਾਂ ਉੱਥੇ ਸਾਰਿਆਂ ਦੇ ਵਿਚਾਲੇ ਭਾਈ ਲਾਭ ਸਿੰਘ ਨੇ ਇਹ ਸਵਾਲ ਖੜਾ ਕੀਤਾ ਕਿ ਇਹ ਵਿਰਸਾ ਸਿੰਘ ਨੇ ਗਦਾਰੀ ਕੀਤੀ ਆ ਤੇ ਬਹੁਤ ਮਾੜਾ ਕੀਤਾ। ਹਰਮਿੰਦਰ ਸਿੰਘ ਸੰਧੂ ਤੇ ਬਾਕੀ ਸਾਰਿਆਂ ਨੇ ਕਿਹਾ ਵੀ ਇਹ ਕਮਜ਼ੋਰੀ ਦਿਖਾ ਗਿਆ, ਗਦਾਰੀ ਨਹੀਂ ਕੀਤੀ। ਪਰ ਇਸ ਗੱਲ ਤੋਂ ਆਪਸੀ ਜਿਹੜੀ ਫੁੱਟ ਸੀ ਉਹ ਸ਼ੁਰੂ ਹੁੰਦੀ ਹੁੰਦੀ, ਜਿਹਦੇ ਵਿੱਚ ਅੱਗੇ ਜਾ ਕੇ ਭਾਈ ਗੁਰਿੰਦਰ ਸਿੰਘ ਭੋਲੇ ਦਾ ਕਤਲ ਤੇ ਨਾਲ ਭਾਈ ਹਰਮਿੰਦਰ ਸੰਧੂ ਦਾ ਕਤਲ, ਇਹ ਸਾਰੀਆਂ ਘਟਨਾ ਆਪਸ ਵਿੱਚ ਹੀ ਇੰਟਰਲਿੰਕ ਨੇ, ਜੁੜੀਆਂ ਹੋਈਆਂ ਨੇ। ਸੋ ਜਿਹੜਾ ਵਿਰਸਾ ਸਿੰਘ ਬਲਟੋਹਾ ਉਹ ਅੱਜ ਕੱਲ ਦਾ ਕੋਈ ਸਿਆਸੀ ਤੌਰ ਤੇ ਸਰਗਰਮ ਬੰਦਾ ਨਹੀਂ ਹੈ। ਉਹ ਜੂਨ 1984 ਤੋਂ ਬਹੁਤ ਪਹਿਲਾਂ ਜਦੋਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਫੈਡਰੇਸ਼ਨ ਦੇ ਜਵਾਨਾਂ ਦੀ ਚੜ੍ਹਤ ਹੁੰਦੀ ਸੀ, ਉਸ ਵੇਲੇ ਤੋਂ ਸਰਗਰਮ। 1990-91 ਤੋਂ ਬਾਅਦ ਇੱਥੇ ਜਦੋਂ ਬੱਬਰ ਸਿੱਖ ਵਿਦਿਆਰਥੀ ਸੰਗਠਨ ਬਣਿਆ, ਉਹਦੇ ਵਿੱਚ ਵੀ ਐਕਟਿਵਿਜ਼ਮ ਉਹਨੇ ਕੀਤੀ ਆ। ਇੱਕ ਵਾਰ ਸ਼ਾਇਦ 92 ਦੀ ਗੱਲ ਆ, ਬੇਅੰਤੇ ਦੇ ਰਾਜ ਵਿੱਚ ਉਹਨੂੰ ਚੱਕ ਲਿਆ ਸੀ ਤੇ ਸਾਰੀਆਂ ਸਿੱਖ ਜਥੇਬੰਦੀਆਂ ਨੇ, ਜੁਝਾਰੂ ਨੌਜਵਾਨਾਂ ਨੇ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਸੀ। ਸੋ ਉਸ ਤੋਂ ਬਾਅਦ ਵਿੱਚ ਜਦੋਂ ਸਿੱਖ ਸੰਘਰਸ਼, ਖਾਸ ਤੌਰ ਤੇ ਜੁਝਾਰੂ ਸੰਘਰਸ਼ ਵਿੱਚ ਖੜੋਤ ਆਉਣ ਵਾਲਾ ਦੌਰ ਆਇਆ ਤਾਂ ਵਿਰਸਾ ਸਿੰਘ ਬਲਟੋਹਾ ਨੇ ਬਾਦਲ ਦਲ ਜੁਆਇਨ ਕਰ ਲਿਆ ਤੇ ਉਹਦੇ ਵਿੱਚ ਅਹੁਦੇ ਮਾਣਦਿਆਂ ਹੋਇਆਂ ਅੱਜ ਆਪਦੇ ਸਿਆਸੀ ਜੀਵਨ ਦੇ ਵਿੱਚ ਅੱਗੇ ਵਧ ਰਹੇ। ਇੱਥੇ ਇੱਕ ਗੱਲ ਜਿਹੜੀ ਆ ਚੇਤੇ ਕਰਨ ਵਾਲੀ ਉਹ ਇਹ ਆ ਕਿ ਇੱਕ ਵਾਰੀ ਪੰਜਾਬ ਵਿਧਾਨ ਸਭਾ 'ਚ, ਸ਼ਾਇਦ ਇਹ 2015 ਦੀ ਗੱਲ ਹੈ, ਉੱਥੇ ਕੋਈ ਚਰਚਾ ਚੱਲਦੀ ਸੀ ਤੇ ਚਰਚਾ ਦੇ ਵਿੱਚ ਸਾਹਮਣੇ ਕੋਈ ਇਹੋ ਜਿਹੀ ਗੱਲ ਆਈ ਜੀ ਤੋਂ ਖਿੱਝ ਕੇ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਵੀ ਜੇ ਉਦਾਂ ਹੀ ਗੱਲ ਆ ਫਿਰ ਹਾਂ ਅਸੀਂ ਅੱਤਵਾਦੀ ਹੋਈਆਂ, ਮੈਂ ਅੱਤਵਾਦੀ ਹੋਈ ਸੀ। ਹਾਲਾਂਕਿ ਇਹ ਗੱਲ ਜਿਸ ਲਹਿਜੇ 'ਚ, ਜਿਸ ਕਾਰਨ ਕਰਕੇ ਕਹੀ ਗਈ, ਉਹ ਆਪਦੀ ਇੱਕ ਉਹਦੀ ਵਿਆਖਿਆ ਬਣਦੀ ਹੈ। ਪਰ ਬਾਅਦ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹਦੇ ਬਾਰੇ ਮੀਡੀਆ ਨੂੰ ਸਪਸ਼ਟ ਕੀਤਾ ਕਿ ਉਹਦੇ ਅਰਥ ਇਹ ਨਹੀਂ ਹੈਗੇ ਵੀ ਉਹ ਐਲਾਨੀਆ ਤੌਰ ਤੇ ਕੋਈ ਇਹਦੇ ਵਿੱਚ ਸ਼ੇਖੀ ਮਾਰ ਰਿਹਾ। ਉਹ ਇੱਕ ਗੱਲ ਜਿਹੜੀ ਸੀ ਉਹ ਕੁਝ ਖਾਸ ਵਜ੍ਹਾ ਕਰਕੇ ਆਖੀ ਗਈ ਸੀ। ਇਹ ਗੱਲ ਮੈਂ ਇੱਥੇ ਇਸ ਕਰਕੇ ਆਖੀ ਆ
ਵੀ ਸਾਨੂੰ ਸਭ ਨੂੰ ਪਤਾ ਆਮ ਹੀ ਜਦੋਂ ਆਪਾਂ ਕਿਸੇ ਗੱਲ ਤੇ ਖਿਜੇ ਤਪੇ ਬੈਠੇ ਹੋਈਏ, ਕੋਈ ਬੰਦਾ ਸਾਡੀ ਗੱਲ ਨੂੰ ਮੰਨਦਾ ਨਾ ਹੋਵੇ ਤੇ ਬੰਦਾ ਫਿਰ ਅੱਕ ਕੇ ਕਹਿੰਦਾ ਹਾਂ ਠੀਕ ਆ, ਫਿਰ ਜੇ ਤੂੰ ਐਂ ਕਹਿਣਾ ਤਾਂ ਇਦਾਂ ਹੀ ਸਹੀ। ਉਵੇਂ ਹੀ ਜੇ ਵਿਰਸਾ ਸਿੰਘ ਬਲਟੋਹਾ ਨੇ ਕਹਿ ਲਿਆ ਕਿ ਠੀਕ ਆ, ਜੇ ਤੁਸੀਂ ਮੈਨੂੰ ਇਦਾਂ ਸਮਝਦੇ ਹੋ ਮੈਂ ਅੱਤਵਾਦੀ ਹੋਏ ਸਹੀ, ਇਦਾਂ ਦਾ ਹੀ ਘਟਨਾਕ੍ਰਮ ਭਾਈ ਹਰਪ੍ਰੀਤ ਸਿੰਘ, ਜਥੇਦਾਰ ਹਰਪ੍ਰੀਤ ਸਿੰਘ ਤੇ ਵਿਰਸਾ ਸਿੰਘ ਬਲਟੋਹਾ ਦੇ ਵਿਚਾਲੇ ਵਾਪਰੇ। ਉਹ ਗੱਲ ਕੀ ਹੈ, ਪਹਿਲਾਂ ਇਹ ਸਮਝੋ ਕਿ ਵਿਰਸਾ ਸਿੰਘ ਬਲਟੋਹਾ ਦੇ ਸੁਭਾਅ ਦੇ ਵਿੱਚ ਇੱਕ ਜਿਵੇਂ ਮਝੈਲ ਬੰਦੇ ਦਾ ਇੱਕ ਆਪਣਾ ਸਟਾਈਲ ਜਾਂ ਅੰਦਾਜ਼ ਹੁੰਦਾ, ਉਹ ਸਧਾਰਨ ਗੱਲ ਵੀ ਕਰੇ ਤੇ ਇਉਂ ਲੱਗਦਾ ਜਿਵੇਂ ਕੋਈ ਵੀ ਤੁਹਾਨੂੰ ਧਮਕੀ ਦੇ ਰਿਹਾ ਜਾਂ ਗੁੱਸੇ ਨਾਲ ਬੋਲ ਰਿਹਾ, ਤਲਖੀ ਨਾਲ ਬੋਲ ਰਿਹਾ। ਇਵੇਂ ਕਈ ਵਾਰ ਇਸ ਗੱਲ ਕਰਕੇ ਪੁਆੜੇ ਪਏ ਨੇ। ਜਿਹੜੇ ਸੱਜਣਾ ਨੇ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੇ ਸ਼ਹੀਦੀ ਦਿਹਾੜੇ ਜਿੱਥੇ ਦਾਸੂਵਾਲ ਪਿੰਡ 'ਚ ਸਮਾਗਮ ਹੁੰਦਾ, ਉੱਥੇ ਹਰ ਸਾਲ ਸ਼ਹੀਦੀ ਦਿਹਾੜੇ ਮੌਕੇ ਅਸੀਂ ਸਾਰੇ ਹੁੰਨੇ ਆ ਤੇ ਆਖਰ ਇਹ ਆਮ ਹੀ ਗੱਲ ਵਾ ਵੀ ਉੱਥੇ ਜਦੋਂ ਵਿਰਸਾ ਸਿੰਘ ਬਲਟੋਹਾ ਬੋਲਦਾ ਲੱਗਦਾ ਸਟੇਜ ਤੇ, ਕੋਈ ਨਾ ਕੋਈ ਇਹੋ ਜਿਹੀ ਗੱਲ ਉਹ ਤੋਂ ਨਿਕਲ ਜਾਂਦੀ ਆ, ਉੱਥੇ ਖਿਲਾਰਾ ਪੈ ਜਾਂਦਾ, ਫੜ ਲਓ ਹੋ ਜਾਂਦੀ। ਇਹ ਗੱਲ ਪਿਛਲੇ ਕਈ ਸਾਲ ਲਗਾਤਾਰ ਮੈਂ ਸਕਾਂ ਤੇ ਕਈ ਵਾਰ ਜਿਹੜੇ ਸਾਡੇ ਸੱਜਣ ਮਿੱਤਰ ਆਲੇ ਦੁਆਲੇ ਉਹਨਾਂ 'ਚ ਅਸੀਂ ਗੱਲ ਕਰਦੇ ਰਹੇ ਹਾਂ ਕਿ ਦੇਖੋ ਇਸ ਬੰਦੇ ਨੇ ਸਾਡੇ ਨਾਲ ਮਿਲ ਕੇ ਇਹ ਜਿਹੜਾ ਸ਼ਹੀਦੀ ਦਿਹਾੜਾ ਸ਼ੁਰੂ ਕਰਾਉਣ 'ਚ ਬਹੁਤ ਅਹਿਮ ਭੂਮਿਕਾ ਨਿਭਾਈ। ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਜਦੋਂ ਸ਼ੁਰੂ ਕੀਤਾ, ਭਾਈ ਮਹਿਲ ਸਿੰਘ ਬੱਬਰ ਦੇ ਪਰਿਵਾਰ ਤੇ ਹੋਰ ਅਸੀਂ ਕੁਝ ਗਿਣਤੀ ਦੇ ਮਸਾਂ ਹੀ ਐਵੇਂ 5-10 ਸਿੰਘ ਹੁੰਦੇ ਸੀ। ਉਦੋਂ ਵਿਰਸਾ ਸਿੰਘ ਬਲਟੋਹਾ ਅਕਾਲੀ ਸਰਕਾਰ ਕਰਕੇ ਜਦੋਂ ਆ ਜਾਂਦਾ ਸੀ, ਇਹਦੇ ਗਨਮੈਨ ਵਗੈਰਾ ਦੇਖ ਕੇ ਸਾਨੂੰ ਪੁਲਿਸ ਨਹੀਂ ਸੀ ਕੁਝ ਕਹਿੰਦੀ, ਤਾਂ ਇਹ ਚੰਗੀ ਇੱਕ ਗੱਲ ਸੀ। ਪਰ ਇਹਦੇ ਸੁਭਾਅ ਦੀ ਦਿੱਕਤ ਆ ਕਿ ਹਰ ਵਾਰੀ ਹੋਈ ਕੋਈ ਨਾ ਕੋਈ ਖਿਲਾਰਾ ਉੱਥੇ ਪੈ ਜਾਂਦਾ ਰਿਹਾ। ਉਹਦੇ ਵਿੱਚ ਬੜੀ ਵਾਰ ਤਾਂ ਇਹ ਹੋਇਆ ਕਿ ਬੋਲਣ ਦਾ ਲਹਿਜਾ ਜਿਹੜਾ ਹੈ ਉਹਦੇ ਕਰਕੇ। ਇੱਕ ਵਾਰ ਜਦੋਂ ਵਿਰਸਾ ਸਿੰਘ ਬਲਟੋਹਾ ਨੂੰ ਮੈਂ ਪ੍ਰੋਫੈਸਰ ਬਲਜਿੰਦਰਪਾਲ ਸਿੰਘ ਜੀ ਨੂੰ ਆਖਿਆ ਵੀ ਇਹਨਾਂ ਨੂੰ ਟਾਈਮ ਦੇ ਦਿਓ, ਛੇਤੀ ਚਲੇ ਜਾਣ, ਕਿਉਂਕਿ ਇਹਨਾਂ ਦੇ ਕਰਕੇ ਕੋਈ ਨਾ ਕੋਈ ਜੱਬ ਹੀ ਪੈ ਜਾਂਦਾ ਇੱਥੇ। ਉਹ ਜਦੋਂ ਬੋਲਣ ਲੱਗੇ ਤੇ ਸਾਹਮਣੇ ਬਿਲਕੁਲ ਉਹਨਾਂ ਦੇ ਭਾਈ ਨਰਾਇਣ ਸਿੰਘ ਚੌੜਾ ਹਾਜ਼ਰ ਸੀ ਤੇ ਭਾਈ ਨਰਾਇਣ ਸਿੰਘ ਚੌੜਾ ਦਾ ਨਾਂ ਲੈ ਕੇ ਉਹ ਕੋਈ ਗੱਲ ਕਹਿਣੀ ਸ਼ੁਰੂ ਕੀਤੀ, ਪਰ ਉਹ ਗੱਲ ਕਹਿਣ ਦਾ ਅੰਦਾਜ਼ ਉਹ ਇਹੋ ਜਿਹਾ ਅਜੀਬੋ ਗਰੀਬ ਸੀ ਕਿ ਸਾਰੀ ਸੰਗਤ ਨੇ ਇਹ ਸਮਝਿਆ ਕਿ ਇਹਨੇ ਖਿਲਾਫ ਹੀ ਬੋਲਣਾ, ਉਹ ਚੱਕ ਲੋ ਹੋ ਗਈ, ਫੜ ਲੋ ਹੋ ਗਈ, ਉੱਥੇ ਉਹ ਬੈਕ ਫੜੋ ਆ ਕਰੋ ਕਰ, ਅਖੀਰ ਜਾਣੀ ਕਿ ਮਾਫੀ ਉਹ ਕਹਿੰਦਾ ਵੀ ਰਿਹਾ ਬਲਟੋਹਾ ਕਿ ਮੈਨੂੰ 2 ਮਿੰਟ ਗੱਲ ਤਾਂ ਕਰਨ ਦੇਵੋ, ਪਰ ਸੰਗਤ ਦਾ ਜੋਸ਼ ਅਖੀਰ ਅਸੀਂ ਵੀ ਕਿਹਾ ਵੀ ਚਲੋ ਛੱਡੋ। ਤੇ ਉਹ ਬਾਅਦ ਵਿੱਚ ਹਾਲਾਂਕਿ ਸਾਨੂੰ ਪਤਾ ਲੱਗਿਆ ਕਿ ਉਹ ਕੋਈ ਬੜੀ ਮਾੜੀ ਗੱਲ ਨਹੀਂ ਸੀ ਕਹਿਣ ਲੱਗਿਆ, ਉਹ ਇਹੀ ਕਹਿਣ ਲੱਗਿਆ ਸੀ ਕਿ ਜਿਵੇਂ ਭਾਈ ਨਰਾਇਣ ਸਿੰਘ ਚੌੜੇ ਵਰਗਿਆਂ ਦੇ ਉੱਤੇ ਮੁਕੱਦਮੇ ਬਣ ਗਿਆ, ਸਾਡੇ ਤੇ ਵੀ ਪੁਰਾਣੇ ਮੁਕੱਦਮੇ ਖੋਲ ਕੇ ਸਾਨੂੰ ਤੰਗ ਕੀਤਾ ਜਾ ਰਿਹਾ, ਏਦਾਂ ਕੋਈ ਗੱਲ ਉਹਨੇ ਕਹਿਣੀ ਸੀ। ਪਰ ਗੱਲ ਮੈਂ ਜਿਹੜੀ ਤੁਹਾਨੂੰ ਦੱਸਣੀ ਚਾਹੁੰਦਾ ਸੰਗਤ ਨੂੰ, ਸਰੋਤਿਆਂ ਨੂੰ, ਉਹ ਇਹ ਆ ਕਿ ਬਹੁਤੇ ਬੰਦਿਆਂ ਦਾ ਕਿਉਂਕਿ ਬਾਹਰ ਨਹੀਂ ਪਿਆ ਹੁੰਦਾ, ਉਹ ਵੈਸੇ ਹੀ ਇਹ ਉਹਦਾ ਇੱਕ ਅੰਦਾਜ਼, ਇੱਕ ਸੁਭਾਅ ਆ ਕਿ ਬੋਲੀ ਜਾਂ ਸਟਾਈਲ ਉਹਦਾ ਇਹੋ ਜਿਹਾ। ਇੱਕ ਤਾਂ ਉਹ ਜਿਹੜੀ ਗੱਲ ਉਹਦੇ ਦਿਮਾਗ 'ਚ ਬਹਿ ਗਈ, ਉਹਦੇ ਦਿਲ ਦਿਮਾਗ 'ਚ ਨਾ ਤਾਂ ਉਹਨੂੰ ਕੋਈ ਮਨਾ ਸਕਦਾ ਵੀ ਇਹ ਗੱਲ ਇਉਂ ਨਹੀਂ ਐ ਹੋਈ ਆ, ਤੇ ਇੱਕ ਉਹਦੇ ਸੁਭਾਅ ਦਾ ਅੰਦਾਜ਼ ਉਹੋ ਜਿਹਾ ਬੋਲੀ ਦਾ, ਤੇ ਪੰਗਾ ਪਿਆ ਹੀ ਰਹਿੰਦਾ। ਟੀਵੀ ਚੈਨਲਾਂ ਦੇ ਉੱਤੇ ਬਹਿਸਾਂ ਦੇ ਵਿੱਚ ਜਦੋਂ ਡਿਬੇਟਸ ਡਿਸਕਸ਼ਨਸ ਹੁੰਦੀਆਂ ਨੇ, ਜਿੰਨੀਆਂ YouTube ਤੇ ਪਈਆਂ ਨੇ ਤੁਸੀਂ ਕੱਢ ਕੇ ਦੇਖ ਲਓ, ਉਹ ਉੱਥੇ ਕੋਈ ਨਾ ਕੋਈ ਇਹੋ ਜਿਹਾ ਰੌਣਕ ਮੇਲਾ ਲਾ ਹੀ ਦਿੰਦਾ ਜਿਹਦੇ ਵਿੱਚ ਤਲਖੀ ਹੋ ਜਾਂਦੀ। ਇੱਕ ਉਹਦਾ ਪੱਕਾ ਸੁਭਾਅ ਆ ਵਿਰਸਾ ਸਿੰਘ ਬਲਟੋਹਾ ਦਾ, ਉਹਨੇ ਜਿਸ ਬੰਦੇ ਬਾਰੇ ਜਾਂ ਸਾਹਮਣੇ ਬੈਠਾ ਜਾਂ ਉਹ ਸਾਹਮਣੇ ਨਾਮ ਵੀ ਹੋਵੇ ਜਿਹਦੇ ਬਾਰੇ ਗੱਲ ਕਰਦਾ, ਪਹਿਲਾਂ ਸਿਰੇ ਦੀ ਉਹਨੂੰ ਖਪਾ ਦੇਣ ਵਾਲੀ ਗੱਲ ਕਹਿਣੀ ਆ ਤੇ ਬੜੀ ਚਤਰਾਈ ਨਾਲ, ਬੜੀ ਸਿਆਸਤ ਜੀ ਨਾਲ ਫਿਰ ਉਹਨੂੰ ਸਿਰੇ ਤੋਂ ਲਿਜਾ ਕੇ ਇੱਕਦਮ ਮੋੜਾ ਕੱਟ ਕੇ ਵੀ ਨਹੀਂ ਮੈਂ ਐ ਨਹੀਂ ਮੇਰਾ ਭਾਵ। ਜੇ ਉਹ ਸਾਹਮਣੇ ਵਾਲਾ ਬੰਦਾ ਚਰਚਾ 'ਚ ਸ਼ਾਮਲ ਹੈ ਤਾਂ ਮੱਲੋ ਮੱਲੀ ਗੱਲ ਆ ਕਿ ਉਹ ਬੰਦਾ ਵੀ ਆਪਦੀ ਗੱਲ ਕਹਿਣ ਲੱਗੂਗਾ ਤਾਂ ਤੁਰੰਤ ਬਲਟੋਹੇ ਨੇ ਉਹਨੂੰ ਟੋਕ ਦੇਣਾ ਹੁੰਦਾ ਕਿ ਨਹੀਂ ਮੇਰਾ ਭਾਵ ਇਹ ਨਹੀਂ ਸੀ, ਤੁਸੀਂ ਏਦਾਂ। ਉਹ ਜਦੋਂ ਗਾਂਹ ਵਾਲੇ ਬੰਦੇ ਨੇ ਕੋਈ ਡਿਸਕਸ਼ਨ 'ਚ ਤਾਂ ਹੈ ਜਾਂ ਕੁਛ ਹੀ ਚੱਲਦਾ ਇੱਥੇ, ਉਹ ਆਪਦੀ ਜਦੋਂ ਗੱਲ ਕਹਿਣ ਲਈ ਥੋੜੀ ਜਿਹੀ ਟੋਨ ਉੱਚੀ ਕਰ ਲਵੇ ਜਾਂ ਸਖਤੀ ਨਾਲ ਕੋਈ ਗੱਲ ਕਹਿਣ ਲੱਗੇ, ਇਹਨੇ ਫੇਰ ਟੋਕ ਦੇਣਾ ਹੁੰਦਾ ਵੀ ਤੁਸੀਂ ਤਲਖ ਕਿਉਂ ਹੁੰਦੇ ਹੋ ਜੀ, ਤਲਖ ਕਿਉਂ ਹੁੰਦੇ ਹੋ। ਉਹ ਇੰਨੀ ਗੱਲ ਨਾਲ ਗਾਂਹ ਵਾਲਾ ਬੰਦਾ ਹੋਰ ਖੱਪ ਜਾਂਦਾ ਤੇ ਦੇਖਣ ਵਾਲਿਆਂ ਨੂੰ ਲੱਗਦਾ ਕਿ ਬਲਟੋਹਾ ਤਾਂ ਬੜਾ ਮਜਲੂਮ ਆ, ਕਿਉਂਕਿ ਇਹਨੇ ਤਾਂ ਆਪਦੀ ਗੱਲ ਬੜੀ ਸੰਜੀਦਗੀ ਨਾਲ ਕਹੀ ਆ, ਪਰ ਜਿਹੜਾ ਸਾਹਮਣੇ ਵਾਲਾ ਬੰਦਾ ਉਹ ਗਲਤ ਆ। ਇਹ ਬੜੀ ਵਾਰ ਵਾਪਰੇ। ਅਸੀਂ ਅਕਸਰ ਇਹ ਗੱਲ ਦੇਖ ਕੇ ਹੱਸਦੇ ਹੁੰਦੇ ਆ ਵੀ ਦੇਖੋ ਇਸ ਬੰਦੇ ਦਾ ਸਟਾਈਲ ਕਿ ਗਾਂਹ ਵਾਲੇ ਬੰਦੇ ਨੂੰ ਖਪਾ ਵੀ ਦਿੰਦਾ, ਸਤਾ ਦਿੰਦਾ, ਤੇ ਮੁੜ ਕੇ ਜਦੋਂ ਉਹ ਕੋਈ ਗੱਲ ਕਹਿੰਦਾ ਦਰਸ਼ਕ ਨੂੰ, ਦੇਖਣ ਵਾਲੇ ਨੂੰ ਲੱਗਦਾ ਉਹ ਬੰਦਾ ਗਲਤ ਆ। ਇਸੇ ਤਰੀਕੇ ਨਾਲ ਦੂਜੀ ਗੱਲ ਆ ਵੀ ਜਿਹੜੀ ਗੱਲ ਦਿਮਾਗ 'ਚ ਆ ਗਈ ਉਹ ਤੋਂ ਮੁੜਨਾ ਹੀ ਨਹੀਂ।
ਹੁਣ ਜੇਕਰ ਭਾਈ ਆਪਣੇ ਵਿਰਸਾ ਸਿੰਘ ਬਲਟੋਹਾ ਦੀ ਆਪਾਂ ਇਹ ਗੱਲ ਨੂੰ ਸੱਚ ਮੰਨ ਲਈਏ ਵੀ ਉਹਨੇ ਐਲਾਨੀਆ ਤੌਰ ਤੇ ਕਿਹਾ ਮੈਂ ਅੱਤਵਾਦੀ ਹਾਂ, ਤਾਂ ਉਹ ਗੱਲ ਆਪਾਂ ਨੂੰ ਸਭ ਨੂੰ ਪਤਾ ਕਿ ਉਹਨੇ ਕਿਸ ਕਾਰਨ ਕਹੀ। ਇਵੇਂ ਹੀ ਜਦੋਂ ਜਿਹੜਾ ਬਲਟੋਹੇ ਦੇ ਦਿਮਾਗ 'ਚ ਇਹ ਗੱਲ ਵਸ ਗਈ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਆ ਇਹ ਅਕਾਲ ਤਖਤ ਦਾ ਜਥੇਦਾਰ ਹੋਣ ਦੇ ਬਾਵਜੂਦ ਸਾਡੀ ਗੱਲ ਨਹੀਂ ਮੰਨਦਾ ਤੇ ਬਾਦਲਕਿਆਂ ਨੂੰ ਜਿਹੜਾ ਸੁਰਖਰੂ ਕਰਨ ਦੀ ਪ੍ਰਕਿਰਿਆ ਉਹਦੇ 'ਚ ਸਾਡੀ ਮਰਜ਼ੀ ਅਨੁਸਾਰ ਨਹੀਂ ਚੱਲਦਾ, ਤਾਂ ਇਹਨੇ ਇਹਦਾ ਅਰਥ ਇਹ ਕੱਢ ਲਿਆ ਵੀ ਇਹ ਤਾਂ ਫਿਰ ਭਾਜਪਾ ਵਾਲਿਆਂ ਨੂੰ ਸੂਤ ਪੈਂਦੀ ਆ ਗੱਲ ਕਿ ਇਹ ਸਿੱਖ ਕੌਮ ਦੇ ਵਿੱਚ ਦਿਨੋਂ ਦਿਨ ਘਟਦੇ ਜਾਣ ਤੇ ਬਾਦਲਕਿਆਂ ਦਾ ਜਲੂਸ ਨਿਕਲ ਜੇ, ਤੇ ਇਹਦਾ ਮਤਲਬ ਇਹ ਭਾਜਪਾ ਦੇ ਲਈ ਕੰਮ ਕਰਦਾ। ਵੈਸੇ ਵੀ ਅਕਾਲ ਤਖਤ ਦੇ ਜਥੇਦਾਰ ਹੋਣ ਦੀ ਹੈਸੀਅਤ ਵਿੱਚ ਕੋਈ ਵੀ ਸ਼ਖਸ ਉਹਨੂੰ ਮਿਲਣ ਆ ਸਕਦਾ। ਤੋ ਅਮਿਤ ਸ਼ਾਹ, ਮੋਦੀ ਜਾਂ ਕਿਹਦੇ ਨਾਲ ਮੇਲ ਮੁਲਾਕਾਤਾਂ ਜਦੋਂ ਹੋਈਆਂ, ਉਹਨਾਂ ਦੇ ਆਧਾਰ ਦੇ ਉੱਤੇ ਵਿਰਸਾ ਸਿੰਘ ਬਲਟੋਹਾ ਨੇ ਇਹ ਗੱਲ ਕਹਿਣੀ ਪ੍ਰਚਾਰਨੀ ਸ਼ੁਰੂ ਕਰਤੀ ਕਿ ਇਹਨਾਂ ਦੇ ਤਾਂ ਬੀਜੇਪੀ ਨਾਲ ਬੜੇ ਸੰਬੰਧ ਨੇ, ਇਹ ਉਹਨਾਂ ਦੇ ਐ ਜਾਂਦੇ ਆ ਉਹ ਜਾਂਦੇ ਆ, ਇਹ ਕਿਉਂ ਜੀ ਫਲਾਣੇ ਦੇ ਜਾਂਦੇ ਆ। ਹੁਣ ਇਸ ਗੱਲ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦਾ ਆਪਦਾ ਸੀਗਾ ਕਿ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਨਾਲ ਪੂਰਾ ਇਨਸਾਫ ਕਰਦਿਆਂ ਹੋਇਆਂ ਮੈਂ ਪੂਰੇ ਜਿਹੜਾ ਮੈਨੂੰ ਜ਼ਿੰਮੇਵਾਰੀਆਂ ਨੇ ਉਹ ਨਿਭਾ ਰਿਹਾ, ਤੇ ਤੁਹਾਨੂੰ ਨਹੀਂ ਪਤਾ ਹੈਗਾ ਤੇ ਮੈਂ ਆਪਦੇ ਕੰਮ ਬਿਲਕੁਲ ਜ਼ਿੰਮੇਵਾਰ ਤਰੀਕੇ ਨਾਲ ਕਰ ਰਿਹਾ। ਸੋ ਇਸ ਤਰੀਕੇ ਨਾਲ ਜਿਹੜਾ ਦੋਨਾਂ ਦੇ ਵਿਚਾਲੇ ਇਹ ਝਾਟ ਮਝੀਟਾ ਜਿਹੜਾ ਚੱਲਦਾ ਸੀ, ਉਹਦੇ ਵਿੱਚ ਇੱਕ ਦਿਨ ਕਿਤੇ ਉਹ ਪਲ ਵੀ ਆਏ ਜਦੋਂ ਇਹ ਤਲਖੀ ਦੋਨਾਂ ਦੀ ਜਿਹੜੀ ਆ ਉਹ ਹੱਦਾਂ ਲੰਘ ਗਈ। ਉਹਨਾਂ ਦਿਨਾਂ ਦੀ ਗੱਲ ਲਾਰੋ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਕਹਿ ਕੇ ਇੱਕ ਤਾਂ ਪਹਿਲੇ ਕਹਿਤਾ ਸੀ ਵੀ ਜਦੋਂ ਜੇਕਰ ਮੈਨੂੰ ਕਾਰਜਕਾਰੀ ਜਥੇਦਾਰ ਮੈਂ ਅਕਾਲ ਤਖਤ ਦਾ ਸੇਵਾ ਸੰਭਾਲਣ ਦਾ ਜਾ ਰਿਹਾ, ਪਰ ਜੇ ਮੇਰੇ ਤੇ ਦਬਾਅ ਪਾਇਆ ਕੋਈ ਗਲਤ ਕੰਮ ਕਰਾਉਣਾ ਚਾਹਿਆ ਮੈਂ ਅਸਤੀਫਾ ਦੇ ਦੇਣਾ। ਤੇ ਜਦੋਂ ਇਹੋ ਜਿਹੇ ਕੁਛ ਆਏ ਸਮੇਂ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫਾ ਦੇਤਾ ਤੇ ਕਾਰਜਕਾਰੀ ਜਥੇਦਾਰ ਦੇ ਪਦਵੀ ਤੋਂ ਅਸਤੀਫਾ ਦੇਣ ਮਗਰੋਂ ਦਮਦਮਾ ਸਾਹਿਬ ਦਾ ਕਾਰਜਭਾਰ ਸੰਭਾਲ ਲਿਆ, ਉਹ ਤਾਂ ਸੀਗਾ ਹੀ। ਤੇ ਇੱਧਰ ਦੂਜਾ ਗਿਆਨੀ ਰਘਵੀਰ ਸਿੰਘ ਜਿਹੜਾ ਸੀਗਾ ਉਹਨੂੰ ਫਿਰ ਸੇਵਾ ਦੇ ਦਿੱਤੀ ਗਈ। ਇਸ ਮੌਕੇ ਮੀਡੀਆ ਵਾਲਿਆਂ ਨਾਲ ਗੱਲਾਂ ਬਾਤਾਂ ਹਲਕੇ ਬੁਰਜ ਕਰਦਿਆਂ ਹੋਇਆਂ ਵੀ ਮੈਂ ਆਪਦੀ ਮਰਜ਼ੀ ਨਾਲ ਸੁਰਖਰੂ ਹੋ ਕੇ ਚੱਲਿਆ, ਇਸ ਤਰੀਕੇ ਦੀਆਂ ਜਦੋਂ ਗੱਲਾਂ ਚੱਲ ਰਹੀਆਂ ਸੀ ਚੈਨਲਾਂ ਵਾਲੇ, ਉੱਥੇ ਇਹ ਸਵਾਲ ਵੀ ਤੁਹਾਡੇ ਤੇ ਜੋ ਬੀਜੇਪੀ ਵਾਲਾ ਲੱਗ ਰਿਹਾ, ਤੁਹਾਨੂੰ ਜੋ ਕਹਿੰਦੇ ਹੈਗੇ ਆ ਕਿ ਕਮਜ਼ੋਰ ਜਥੇਦਾਰ ਆ। ਤੋ ਇਹ ਹਾਸਾ ਮਜ਼ਾਕ ਜਾਂ ਤਲਖੀ ਜੋ ਮਰਜ਼ੀ ਉਸ ਟਾਈਮ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਗੱਲ ਕਹੀ ਕਿ ਠੀਕ ਆ ਫਿਰ ਬੀਜੇਪੀ ਨਾਲ ਤਾਂ ਸਾਡੇ ਸੰਬੰਧ ਹੈਗੇ ਹੀ ਆ, ਪਰ ਜੇ ਹੈਗੇ ਆ ਤਾਂ ਹੈਗੇ ਸੀ ਏਦਾਂ ਜਿਵੇਂ ਕਰੀਦਾ। ਉਹ ਗੱਲ ਨੂੰ ਬਲਟੋਹੇ ਨੇ ਆਪਦੇ ਇੱਕ ਤਰੀਕੇ ਨਾਲ ਗਲ ਦੇ ਵਿੱਚ ਪੱਕਾ ਪਾ ਲਿਆ ਵੀ ਮੈਂ ਇਹ ਸਾਬਤ ਕਰਕੇ ਹਟਣਾ। ਸੋ ਉਸ ਦਿਨ ਤੋਂ ਲਗਾਤਾਰ ਬਲਟੋਹਾ ਸਾਹਿਬ ਇਹ ਝੰਡਾ ਚੱਕੀ ਫਿਰਦੇ। ਹੁਣ ਇਸ ਗੱਲ ਦੇ ਵਿੱਚ ਜਦੋਂ ਇੱਕ ਤਾਂ ਸੁਭਾਅ ਦੀ ਉਹ ਪ੍ਰੋਬਲਮ ਹੈਗੀ ਹੋਈ ਆ, ਜਿਹੜੀ ਪਿਛਲੇ ਦਿਨੀ ਜਦੋਂ ਤਨਖਾਹੀਆ ਕਰਾਰ ਦੇਤਾ, ਤਨਖਾਹ ਅਜੇ ਲੱਗੀ ਨਹੀਂ ਸੀ ਸੁਖਬੀਰ ਬਾਦਲ ਨੂੰ, ਤਾਂ ਆਪਦੇ ਉਸੇ ਅੜਵੰਗ ਪੁਲੇ ਵਾਲੇ ਸੁਭਾਅ ਅਨੁਸਾਰ ਮਿਜਾਜ ਪੁਰਸ਼ੀ ਕਰਨ ਦੇ ਬਹਾਨੇ ਗਿਆਨੀ ਰਘਵੀਰ ਸਿੰਘ ਕੋਲੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੇ ਬਲਟੋਹਾ ਪਹੁੰਚਿਆ ਤੇ ਗੱਲਾਂ ਬਾਤਾਂ ਕਰਦਿਆਂ ਕਰਾਉਂਦਿਆਂ ਉੱਥੇ ਗੱਲਾਂ ਚੱਲ ਪਈਆਂ ਤਨਖਾਹ ਬਾਰੇ ਵੀ ਆਹ ਤਨਖਾਹ ਲਾਇਓ ਐ, ਉਹ ਕੁਛ ਗੱਲਾਂ 'ਚ ਤਲਖੀ ਹੋ ਗਈ। ਤਲਖੀ ਦੇ ਵਿੱਚ ਸਿੱਧਾ ਹੀ ਕਹਿਤਾ ਉਹ ਗੱਲ ਆਪ ਗਿਆਨੀ ਰਘਵੀਰ ਸਿੰਘ ਨੇ ਜਨਤਕ ਕੀਤੀ। ਆਪਾਂ ਨੂੰ ਪਤਾ ਕਿ ਜੀ ਜੇ ਤੁਸੀਂ ਐ ਨਾ ਕੀਤਾ ਫਿਰ ਮੈਂ ਖੰਡਾ ਖੜਕਾਉਂਗਾ, ਹੋਰ ਤਾਂ ਕਿਸੇ ਦਾ ਪਤਾ ਨਹੀਂ, ਮੈਂ ਚੱਕ ਦੂੰ। ਇਹ ਸਾਰੀ ਗੱਲਬਾਤ ਤੋਂ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਸਲੇ ਦੇ ਉੱਤੇ ਕਾਫੀ ਜ਼ਿਆਦਾ ਆਪਣਾ ਸਮਝਿਆ ਤੇ ਤੁਰੰਤ ਬਲਟੋਹੇ ਨੂੰ ਸੰਮਣ ਕਰ ਲਿਆ। ਜਿਸ ਦਿਨ ਅਕਾਲ ਤਖਤ ਸਾਹਿਬ ਦੇ ਉੱਤੇ ਇਹਨਾਂ ਦੀ ਉਹ ਪੇਸ਼ੀ ਸੀ, ਉਸ ਮੌਕੇ ਆਪਸ ਵਿੱਚ ਹੀ ਤਲਖੀ ਹੋਈ। ਹੁਣ ਆਪਾਂ ਇੱਥੇ ਇੱਕ ਇਹ ਨੁਕਤਾ ਵਿਚਾਰੋ ਕਿ ਜਦੋਂ ਆਪਾਂ ਆਮ ਅਦਾਲਤਾਂ ਵਿੱਚ ਜਾਂ ਆਮ ਅਫਸਰਾਂ ਦੇ ਕੋਲ ਵੀ ਕੋਈ ਜਾਂਦਾ ਹੈ ਤਾਂ ਉੱਥੇ ਉਹ ਬੜਾ ਸੰਜੀਦਗੀ ਦੇ ਨਾਲ ਵਿਹਾਰ ਕਰਦੇ ਆ। ਅਸੀਂ ਕੇਸ ਅਦਾਲਤਾਂ ਦੇ ਵਿੱਚ ਭੁਗਤੇ ਆ ਤੇ ਕਈ ਵਾਰ ਜਿਹੜੇ ਜੱਜ ਸੀ ਜਾਂ ਵਕੀਲ ਸੀ ਉਹ ਸਾਡੇ ਕਹਿੰਦੇ ਉਹ ਮਗਰਲੇ ਪਾਸੇ ਪਿੱਛੇ ਦੋ ਸਾਰੇ ਜੱਜ ਵਿੱਚ ਜੇ ਲਾ ਦੇਣੇ ਵੀ ਉੱਥੇ ਬੈਠੋ ਜੀ। ਅਸੀਂ 25-30 ਜਾਣੇ ਸ਼ਿੰਗਾਰ ਸਿਨੇਮਾ ਬੰਬ ਕਾਂਡ ਦੀ ਤਰੀਕ ਭੁਗਤਣ ਆਉਂਦੇ ਸੀ, ਸਾਨੂੰ ਮਗਰ ਜੇ ਖੜਾ ਦੇਣਾ ਵੀ ਬੁਰੇ, ਨਾ ਹੀ ਕਿਸੇ ਨੂੰ ਪਤਾ ਲੱਗਦਾ ਸੀ ਵਕੀਲ ਕੀ ਕਰਦੇ ਕਰਾਉਂਦੇ। ਤਾਂ ਇਸ ਗੱਲ ਦਾ ਦੱਸਣ ਦਾ ਭਾਵ ਇਹ ਆ ਕਿ ਜੱਜ ਜਿਹੜੇ ਭਾਰਤੀ ਸਾਡੇ ਅਦਾਲਤਾਂ ਵਿੱਚ ਵਾ ਉਹਨਾਂ ਕੋਲ ਵੀ ਪੇਸ਼ ਹੋਣ ਮੌਕੇ ਵਕੀਲ ਸਾਹਿਬਾਨ ਜਾਂ ਹੋਰ ਸਾਰੇ ਇੱਕ ਬੜਾ ਡੈਕੋਰਮ ਜਿਹਾ ਰੱਖਦੇ ਆ, ਬੜੀ ਚੜ੍ਹਤ ਜੀ ਉਹਦੀ ਬਣਾਈ ਹੁੰਦੀ ਆ। ਪਰ ਇੱਥੇ ਗਿਆਨੀ ਹਰਪ੍ਰੀਤ ਸਿੰਘ ਨਾਲ ਜਾਂ ਗਿਆਨੀ ਰਘਵੀਰ ਸਿੰਘ ਨਾਲ ਗੱਲ ਕਰਦੇ ਆ ਜਿਵੇਂ ਆਮ ਬੰਦੇ ਚਰਚਾ ਡਿਸਕਸ਼ਨ ਕਰਦੇ ਆ, ਉਵੇਂ ਵਿਰਸਾ ਸਿੰਘ ਲੱਗਿਆ ਰਿਹਾ
ਤੇ ਇਹ ਗੱਲ ਕੋਈ ਵਧੀਆ ਤਾਂ ਹੈ ਨਹੀਂ। ਇਹ ਪਹਿਲੋਂ ਵੀ ਇਸ ਕਰਕੇ ਕਈ ਵਾਰੀ ਪੁਆੜੇ ਪਏ ਨੇ। 1995-96 ਦੇ ਵਿੱਚ ਉਦੋਂ ਜਥੇਦਾਰ ਰਣਜੀਤ ਸਿੰਘ ਹੁੰਦੇ ਸੀ। ਇੱਕ ਜੰਮੂ ਦਾ ਮਹੰਤ ਸੀ ਮਨਜੀਤ ਸਿੰਘ, ਉਹਦਾ ਕੋਈ ਮਰਿਆਦਾ ਦਾ ਮਸਲਾ ਆ ਗਿਆ ਅਕਾਲ ਤਖਤ ਸਾਹਿਬ ਤੇ। ਉਹਦਾ ਕੋਈ ਰਿਸ਼ਤੇਦਾਰ ਸੀਗਾ, ਵਜ਼ੀਰ ਸੀ ਉਹ, ਹਾਲਾਂਕਿ ਰੰਗੀਲ ਸਿੰਘ ਉਹਦਾ ਨਾਮ ਸੀਗਾ, ਜੰਮੂ ਦਾ ਕੋਈ ਸਾਬਕਾ ਵਜ਼ੀਰ। ਉਹ ਆਪਦੇ ਨਾਲ ਕਾਫੀ ਸਾਰੇ ਬੰਦੇ ਲੈ ਕੇ ਇੱਥੇ ਅਕਾਲ ਤਖਤ ਸਾਹਿਬ ਦੇ ਅੰਦਰ, ਜਿੱਥੇ ਇਸ ਪੇਸ਼ੀ ਦਾ ਚੱਲਦਾ ਸੀ ਸਾਰਾ ਪ੍ਰਕਰਨ, ਉਹਨਾਂ ਦੋਨਾਂ ਨੇ, ਮਹੰਤ ਦੇ ਸਾਥੀ ਨੇ ਜਾਂ ਹੋਰਨਾਂ ਨੇ ਕਾਫੀ ਹੁੜਦੰਗਪੁਣਾ ਜਿਹਾ ਮਚਾਇਆ। ਉਸ ਰੌਲੇ ਗੋਲੇ ਵਿੱਚ ਜਿਹੜੇ ਬੋਲ ਕਬੋਲ ਥੋੜੇ ਜਿਹੇ ਹੱਦੋਂ ਲੰਘਦੇ ਕਾਫੀ ਜ਼ਿਆਦਾ ਗੜਬੜ ਹੋ ਗਈ। ਅਖੀਰ ਪ੍ਰੋਫੈਸਰ ਮਨਜੀਤ ਸਿੰਘ ਤਾਂ ਉੱਥੇ ਇਹ ਕਹਿੰਦਾ ਰਹਿ ਗਿਆ ਵੀ ਪੁਲਿਸ ਬੁਲਾਓ। ਤੇ ਜਥੇਦਾਰ ਰਣਜੀਤ ਸਿੰਘ ਦਾ ਆਪਦਾ ਸੁਭਾਅ ਆ, ਤੇ ਉਹ ਕਹਿਣ ਲੱਗੇ ਵੀ ਇੱਥੇ ਅਕਾਲ ਤਖਤ ਸਾਹਿਬ ਦੇ ਉੱਤੇ ਪੁਲਿਸ ਸੱਦਦੇ ਫਿਰਾਂਗੇ, ਇਹ ਬੁਰਾ ਨਹੀਂ ਲੱਗੂਗਾ। ਤੇ ਉਹਨਾਂ ਨੇ ਸੇਵਾਦਾਰ ਤੋਂ ਫਿਰ ਡਾਂਗ ਫੜ ਲਈ, ਤੇ ਜਿਹੜਾ ਬਦਮਾਸ਼ ਟੋਲਾ ਉੱਥੇ ਹੜਦੰਗਪੁਣਾ ਹੁੱਲੜਬਾਜੀ ਕਰ ਰਿਹਾ ਸੀ, ਉਹਦੇ ਆਪ ਚੰਗੇ ਮਾਰ ਛੇਕੇ ਤੇ ਕਾਫੀ ਜ਼ਿਆਦਾ ਉਹਦੇ ਚ ਗੜਬੜ ਹੋਈ। ਉਸ ਤੋਂ ਬਾਅਦ ਥੋੜੇ ਦਿਨ ਬਾਅਦ ਇਹ ਦੋਨੇ ਜਾਣਿਆਂ ਨੇ ਗਲਤੀ ਮੰਨੀ, ਤਨਖਾਹ ਵੀ ਲੱਗੀ, ਉਹ ਜਿਹੜੇ ਆਏ ਉਸ ਮੌਕੇ ਵੀ ਸਾਡੀ ਗਲਤੀ ਹੈ। ਪਰ ਫਿਰ ਇੱਕ ਚੰਡੀਗੜ੍ਹ ਦਾ ਮਸਲਾ ਸੀ ਉਹਨਾਂ ਦਿਨਾਂ ਦੇ ਵਿੱਚ ਹੀ। ਉੱਥੇ ਜਿਹੜੇ ਕਈ ਨਗਰ ਕੀਰਤਨ ਅੱਡ ਗੁਰਦੁਆਰਾ ਸਾਹਿਬਾਨ ਚੋਂ ਨਿਕਲਦੇ ਸੀਗੇ ਤੇ ਇੱਕੋ ਗੁਰਪੁਰਬ ਮੌਕੇ ਕਾਫੀ ਪ੍ਰੋਬਲਮ ਆਉਣ ਲੱਗੀ। ਤਾਂ ਉੱਥੇ ਦੀਆਂ ਸੰਗਤਾਂ ਦਾ ਇਸ ਮਸਲੇ ਉੱਤੇ ਸੀਗਾ ਵੀ ਇੱਕ ਨਗਰ ਕੀਰਤਨ ਸਾਡਾ ਕਰਵਾਇਆ ਜਾਵੇ। ਇਹ ਜਦੋਂ ਮਸਲਾ ਅਕਾਲ ਤਖਤ ਸਾਹਿਬ ਤੇ ਸੁਣਿਆ ਜਾ ਰਿਹਾ ਸੀ ਤਾਂ ਇੱਥੇ ਕੀ ਹੋਇਆ ਕਿ ਜਿਹੜਾ ਡਾਕਟਰ ਦਰਸ਼ਨ ਸਿੰਘ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੀ, ਉਹਨਾਂ ਨਾਲ ਕੋਈ ਇੱਥੇ ਬਹਿਸਬਾਜ਼ੀ ਤਲਖੀ ਹੋ ਗਈ ਕਿਸੇ ਗੱਲ ਦੇ ਵਿੱਚ। ਉਹ ਚੀਜ਼ ਅੱਗੇ ਚੱਲ ਕੇ ਕਾਫੀ ਗੜਬੜ ਹੋ ਗਈ ਤੇ ਫਿਰ ਉਹੀ ਕੰਮ ਹੋ ਗਿਆ ਜੀ। ਭਾਈ ਰਣਜੀਤ ਸਿੰਘ ਜਥੇਦਾਰ ਨੇ ਉਹਦੀ ਬਾਹ ਨੂੰ ਮਰੋੜਾ ਦੇ ਲਿਆ ਤੇ ਕਾਫੀ ਜ਼ਿਆਦਾ ਤੱਤਾ ਠੰਡਾ ਵੀ ਬੋਲਿਆ, ਜਿਹਦਾ ਬੜਾ ਰੌਲਾ ਪਿਆ ਕਿ ਜੀ ਜਥੇਦਾਰ ਨੇ ਗਾਲਾਂ ਕੱਢੀਆਂ। ਇਹ ਗੱਲਾਂ ਦੱਸਣ ਦਾ ਮੇਰਾ ਭਾਵ ਇਹ ਆ ਕਿ ਜਾਂ ਤਾਂ ਆਪਾਂ ਇਹ ਜਿਹੜਾ ਪੰਜ ਪਿਆਰਿਆਂ ਦੇ ਸਿੰਘ ਸਾਹਿਬਾਨ ਦੇ ਪੇਸ਼ ਹੋਣ ਵਾਲਾ ਸਿਸਟਮ, ਜਿਵੇਂ ਅਕਾਲ ਤਖਤ ਸਾਹਿਬ ਦੇ ਸਨਮੁਖ ਇਸ ਵਾਰ ਹੋਇਆ ਕਿ ਸਿੱਧਾ ਹਾਂ ਜਾਂ ਨਾ ਚ ਸਵਾਲ ਪੁੱਛੇ ਗਏ, ਸਾਰਿਆਂ ਦੇ ਸਾਹਮਣੇ ਉਹ ਚਰਚਾ ਹੋਈ, ਉਹ ਹੋਰ ਤਰੀਕੇ ਦਾ ਚੱਕਰ। ਪਰ ਜੇਕਰ ਜਥੇਦਾਰਾਂ ਨੂੰ ਕਮਰੇ ਦੇ ਵਿੱਚ ਕਿਸੇ ਨੂੰ ਪੇਸ਼ੀ ਦੌਰਾਨ ਏਦਾਂ ਬੋਲੇ ਚੱਲੇਗਾ ਤਾਂ ਮੱਲੋ ਮੱਲੀ ਆਮ ਬੰਦੇ ਨੂੰ ਗੁੱਸਾ ਆ ਜਾਂਦਾ। ਤੇ ਜੇ ਕੋਈ ਅਥਾਰਟੀ ਜਾਂ ਸੱਤਾ ਆ ਉਸ ਮੌਕੇ ਕੋਈ ਏਦਾਂ ਕਰੇ ਤਾਂ ਉਹ ਜ਼ਿਆਦਾ ਹੈ ਤਾਂ ਗਾਲਾਂ ਕੱਢਣੀਆਂ ਜਾਂ ਹਿੰਸਾ ਵਾਇਲੈਂਸ ਕਰਨੀ, ਬਾਂਹ ਮਰੋੜਨੀ, ਕੁਛ ਕੁੱਟਮਾਰ ਕਰਨੀ, ਕਦੇ ਕੋਈ ਚੰਗਾ ਥੋੜੀ ਕਹੂਗਾ। ਪਰ ਜੇ ਗਾਂਹ ਵਾਲਾ ਬੰਦਾ ਉਹ ਗੱਲ ਹਾਲਾਤ ਬਣਾ ਕੇ ਹਟੇ ਤਾਂ ਫਿਰ ਕੀ ਕਰੇ। ਸੋ ਜਿਵੇਂ ਇਸ ਰੌਲੇ ਵਿੱਚ ਬਲਟੋਹਾ ਜਾਂ ਬਲਟੋਹੇ ਦੀ ਜਿਹੜੀ ਧਿਰ ਵਾ ਉਹ ਰੌਲਾ ਪਾ ਰਹੀ ਆ ਕਿ ਦੇਖੋ ਜਥੇਦਾਰ ਦਾ ਕਿੰਨਾ ਮਾੜਾ ਵਿਹਾਰ, ਪਰ ਉਹ ਵਿਹਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਣਿਆ ਕਿਉਂ, ਉਹ ਕਿਉਂ ਏਦਾਂ ਗੱਲਾਂ ਹੋਈਆਂ, ਇਹਦੇ ਪਿੱਛੇ ਵੀ ਕੋਈ ਕਾਰਨ ਹੋਊ। ਜਿੰਨੀ ਇਸ ਗੱਲ ਦੇ ਵਿੱਚ ਦੇਖਣ ਕੇ ਸਮਝ ਪੈਂਦੀ ਆ, ਉਹਦੇ ਵਿੱਚ ਮੇਨ ਨੁਕਤਾ ਇਹੀ ਆ ਕਿ, ਔਰ ਉਹਨੇ ਪੋਸਟ ਵੀ ਪਾਈ ਆ ਵਿਰਸਾ ਸਿੰਘ ਬਲਟੋਹਾ ਨੇ, ਕਿ ਦੇਖੋ ਜੀ ਗਿਆਨੀ ਹਰਪ੍ਰੀਤ ਸਿੰਘ ਤਾਂ ਮੰਨ ਹੀ ਗਿਆ ਕਿ ਮੇਰੇ ਭਾਜਪਾ ਨਾਲ ਸੰਬੰਧ ਆ। ਉਹ ਹਾਲਾਂਕਿ ਉਹ ਤਲਖੀ ਦੇ ਵਿੱਚ ਕਹਿ ਰਿਹਾ ਕਿ ਯਾਰ ਹਾਂ ਠੀਕ ਆ, ਪਰ ਹੈਗੇ ਤਾਂ ਹੈਗੇ ਸੀ। ਹੁਣ ਅਸੀਂ ਕੋਈ ਇਹ ਤਾਂ ਹੈ ਨਹੀਂ ਜਥੇਦਾਰ ਵੀ ਉਹ ਕੋਈ ਜਿਹਨੂੰ ਤੁਸੀਂ ਕਹੋ ਕਹਿੰਦਾ ਜੀ ਮੈਨੂੰ ਇਤਰਾਜ਼ ਆ, ਉਹ ਕਹਿੰਦਾ ਹੁਣ ਤੇਰੇ ਇਤਰਾਜ਼ ਨੂੰ ਕੀ ਕਰੀਏ। ਸੋ ਕਹਿਣ ਤੋਂ ਭਾਵੇਂ ਆ ਕਿ ਇਹਨਾਂ ਦੋਨਾਂ ਪੱਖਾਂ ਤੋਂ ਜਦੋਂ ਗੱਲ ਵਿਚਾਰਾਂਗੇ ਕਿ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਮਨਾ ਕੇ ਸਮਝਾ ਕੇ ਹੰਭਿਆ ਪਿਆ, ਦੂਜੇ ਪਾਸੇ ਵਿਰਸਾ ਸਿੰਘ ਬਲਟੋਹਾ ਜਿਹੜਾ ਉਹਨੂੰ ਕੋਈ ਸਮਝ ਹੀ ਨਹੀਂ ਲੱਗ ਰਹੀ ਵੀ ਇਹ ਕਿਹਾ ਕੀ ਜਾ ਰਿਹਾ ਮੈਨੂੰ। ਤੋ ਉਸ ਗੱਲ ਦੇ ਵਿੱਚ ਜਦੋਂ ਉਹਨੂੰ 8 ਸਾਲ ਲਈ ਅਕਾਲੀ ਦਲ ਤੋਂ ਫਾਰਗ ਕਰਨ ਵਾਲਾ ਸਖਤ ਫੈਸਲਾ ਹੋ ਗਿਆ, ਉਦੋਂ ਬਾਅਦ ਵਿਹਲਾ ਹੋ ਕੇ ਵਿਰਸਾ ਸਿੰਘ ਬਲਟੋਹਾ ਨੇ ਫਿਰ ਕੰਮ ਹੀ ਇਹ ਫੜ ਲਿਆ ਵੀ ਗਿਆਨੀ ਹਰਪ੍ਰੀਤ ਸਿੰਘ ਦੀ ਯਹੀ ਤਹੀ ਦੇਣੀ। ਸੋ ਪਿਛਲੇ ਦਿਨਾਂ ਵਿੱਚ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਬਲਟੋਹੇ ਨੇ ਰੱਜ ਕੇ ਆਪਦਾ ਗੁੱਪ ਗੁਵਾਟ ਕੱਢਿਆ, ਮਾੜਾ ਚੰਗਾ ਕੀਤਾ, ਉੱਥੇ ਹਰ ਉਹ ਚੀਜ਼ ਜਿਹਦੇ ਨਾਲ ਵਿਰਸਾ ਸਿੰਘ ਬਲਟੋਹਾ ਦੀ ਗੱਲ ਨੂੰ ਬਲ ਮਿਲਦਾ ਹੋਵੇ ਵੀ ਇਹ ਤਾਂ ਜੀ ਬੀਜੇਪੀ ਦਾ ਬੰਦਾ, ਇਹ ਤਾਂ ਜੇ ਤੇ ਉਹ ਸਾਰੀਆਂ ਗੱਲਾਂ ਕਰਾਉਣ ਨਾਲ ਵਿੱਚ ਆ ਗੁਰਪ੍ਰੀਤ ਵਰਗੇ ਲੱਭ ਲਏ ਜਿਹੜੇ ਕਹਿੰਦੇ ਆ ਜੀ ਸਾਡਾ ਸਾਧੂ ਸੀਗਾ ਜੀ ਤੇ ਏਦਾਂ ਜੀ। ਫਿਰ ਇਵੇਂ ਹੀ ਜਿਹੜੀ ਟਰੋਲਿੰਗ ਆਰਮੀ ਆ, ਜਿਹੜਾ ਬੀਜੇਪੀ ਦਾ ਮਾਫ ਕਰਨਾ ਬਾਦਲ ਦਲ ਦਾ IT ਸੈੱਲ ਵਾ ਪੱਕਾ ਰੱਖਿਆ ਹੋਇਆ ਲੋਕਾਂ ਨੂੰ ਦਿੰਦੜ ਭੰਡਣ ਲਈ, ਉਹ ਵੀ ਐਕਟਿਵ ਹੋ ਗਿਆ। ਸੋ ਕੁੱਲ ਮਿਲਾ ਕੇ ਇੱਕ ਮਾਹੌਲ ਤਿਆਰ ਕਰਕੇ ਵਿਰਸਾ ਸਿੰਘ ਬਲਟੋਹਾ ਤੇ ਬਾਦਲ ਦਲ ਨੇ ਜਿਹੜਾ 2 ਦਸੰਬਰ ਨੂੰ ਫੈਸਲਾ ਹੋਇਆ ਸੀ ਉਹਦੀ ਇੱਕ ਤਰੀਕੇ ਨਾਲ ਸਜ਼ਾ ਦਿੱਤੀ ਆ
ਕਿ ਤੁਸੀਂ ਉਸ ਦਿਨ ਬੜਾ ਉੱਡ ਉੱਡ ਕੇ ਪੈਂਦੇ ਸੀ ਵੀ ਤੂੰ ਦੱਸ ਸਾਫ਼ ਗੱਲ ਵੀ ਤੁਸੀਂ ਆਹ ਕੀਤਾ, ਤੁਸੀਂ ਉਹ ਕੀਤਾ। ਸੋ ਜਿਹੜਾ ਅਕਾਲ ਤਖਤ ਸਾਹਿਬ ਦੀ ਅਥਾਰਟੀ ਹੈ ਉਹਨੂੰ, ਜਾਂ ਪੰਜ ਸਿੰਘ ਸਾਹਿਬਾਨ ਦੀ ਜਿਹੜੀ ਸੇਵਾ ਉਹਨੂੰ ਨਿਭਾਉਣ ਦਾ ਖਮਿਆਜਾ ਜਿਹੜਾ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਅੱਜ ਭੁਗਤਣਾ ਪੈ ਰਿਹਾ। ਤੇ ਜਿਹੜੇ ਸਾਡੇ ਭਾਈ ਕਹਿੰਦੇ ਹੁੰਦੇ ਆ ਵੀ ਜਥੇਦਾਰ ਚਾਹੀਦੇ ਆ ਫੂਲਾ ਸਿੰਘ ਵਰਗੇ, ਅਕਾਲੀ ਫੂਲਾ ਸਿੰਘ ਵਰਗੇ, ਤੇ ਅੱਜ ਜਥੇਦਾਰ ਫੂਲਾ ਸਿੰਘ ਵਰਗੀ ਜਿਨ੍ਹਾਂ ਨੂੰ ਲੱਗਦਾ, ਚਲੋ ਸਾਡਾ ਤਾਂ ਜੋ ਸਿਸਟਮ ਹੈ ਸੋ ਹੈ, ਪਰ ਜਿਹੜੇ ਭਰਾਵਾਂ ਨੂੰ ਤਸੱਲੀ ਸੀ, ਜਿਹੜੀ ਸੰਗਤ ਨੂੰ, ਜਿਸ ਪੰਥ ਨੂੰ ਬੜੀ ਤਸੱਲੀ ਸੀ ਕਿ ਲਓ ਜੀ ਜਥੇਦਾਰਾਂ ਨੇ ਤਾਂ ਕਮਾਲ ਕਰਤੀ, ਅੱਜ ਉਸ ਖਾਲਸਾ ਪੰਥ ਨੂੰ ਹੁਣ ਪੁੱਛਣਾ ਬਣਦਾ ਕਿ ਆ ਬਾਦਲ ਕਿਆਂ ਨੇ ਆ ਕਰਤਾ ਕੰਮ, ਹੁਣ ਇਹਦਾ ਦੱਸੋ ਕੀ ਕਰਨਾ, ਕੀ ਹੋਵੇ। ਸੋ ਜਿਹੜਾ ਪੰਥ ਦਾ ਇਸ ਮੌਕੇ ਗੁੱਸਾ ਆਇਆ ਉਹ ਸੋਸ਼ਲ ਮੀਡੀਆ ਤੇ ਆਪਾਂ ਦੇਖ ਸਕਦੇ ਹਾਂ ਕਿੰਨਾ ਮਾੜਾ ਚੰਗਾ ਬੋਲਿਆ ਜਾ ਰਿਹਾ। ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਹਾਲ ਦੇਖਣਾ ਹੋਵੇ ਤੁਸੀਂ ਉਹ ਵੀ ਦੇਖ ਲਓ। ਜਦੋਂ ਗੁਰਦੁਆਰਾ ਸਾਹਿਬ ਤੋਂ ਨਿਕਲੇ ਗੱਡੀ ਤਿੱਕਰ ਮਗਰ 35-40 ਮੀਡੀਆ ਵਾਲੇ ਆਉਂਦੇ ਆ, ਉਹ ਕਹਿੰਦੇ ਆ ਜੀ ਬੋਲੋ ਤਾਂ ਸਹੀ, ਤੁਸੀਂ ਤਾਂ ਗੱਲ ਹੀ ਨਹੀਂ ਕਰਦੇ। ਉਹ ਕਹਿੰਦਾ ਵੀ ਮੈਨੂੰ ਛੱਡੋ ਤੁਸੀਂ, ਮੈਂ ਤੁਹਾਨੂੰ ਲਿਖਤੀ ਪ੍ਰੈਸ ਨੋਟ ਤੁਹਾਨੂੰ ਮਿਲ ਜੂ, ਮੈਂ ਨਹੀਂ ਕੋਈ ਗੱਲ ਕਰਨੀ, ਮੈਂ ਕੋਈ ਬੋਲ ਕੇ ਗੱਲ ਕਰਨੀ ਹੋਈ ਨਹੀਂ। ਇੱਕ ਤਾਂ ਵੈਸੇ ਹੀ ਉਹਨਾਂ ਦਾ ਪੰਗਾ ਪਿਆ ਹੋਇਆ ਜਿਹੜਾ ਬੀਬੀ ਜਗੀਰ ਕੌਰ ਦੇ ਖਿਲਾਫ ਉਹ ਮਾੜੇ ਸ਼ਬਦ ਬੋਲ ਬੈਠੇ ਆ, ਉਹਦੇ ਵਿੱਚ ਲੱਗਦਾ ਕੋਈ ਕਾਨੂੰਨੀ ਅੜਿੱਕਾ, ਕਾਨੂੰਨੀ ਕਾਰਵਾਈ ਜਿਹੜੀ ਆ ਉਹਦੇ ਗਲ ਪੈ ਸਕਦੀ ਹੈ। ਦੂਜੇ ਪਾਸੇ ਅੱਜ ਉਹਨਾਂ ਨੂੰ ਪਤਾ ਹੀ ਆ, ਕਿਉਂਕਿ ਸਵੇਰੇ ਜਦੋਂ ਇਹ ਮਸਲਾ ਪਤਾ ਲੱਗਿਆ ਕਿ ਮੀਟਿੰਗ ਆ, ਤੇ ਬੜਾ ਇਹਦੇ ਉੱਤੇ ਲੋਕਾਂ ਨੇ, ਪੰਥਕ ਸਭਾ ਵਿੱਚ ਵਿਚਰਦੀਆਂ ਸ਼ਖਸੀਅਤਾਂ ਨੇ, ਸੰਤਾਂ ਮਹਾਪੁਰਸ਼ਾਂ ਨੇ, ਵਿਦਵਾਨਾਂ ਨੇ, ਚਿੰਤਕਾਂ ਨੇ ਆਪੋ ਆਪਣੇ ਤਰੀਕੇ ਨਾਲ ਗੱਲ ਕਹੀ। ਅਖੀਰ ਸਾਡੇ ਕੋਲ ਵੀ ਸੁਨੇਹਾ ਇਹ ਆਇਆ ਕਿ ਚਿੰਤਾ ਨਾ ਕਰੋ, ਸਾਡੀ ਪ੍ਰਧਾਨ ਜੀ ਨਾਲ ਗੱਲ ਹੋ ਗਈ ਹੈ ਬਈ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢਿਆ ਨਹੀਂ ਜਾਏਗਾ। ਕੱਢਿਆ ਤਾਂ ਉਹਨਾਂ ਨੇ ਹੈ ਨਹੀਂ, ਪਰ ਕੱਢਣ ਨਾਲੋਂ ਜ਼ਿਆਦਾ ਮਾੜੀ ਕਰਤੀ ਜਿਹੜੀ ਆਪਾਂ ਸ਼ੁਰੂ 'ਚ ਗੱਲ ਕੀਤੀ ਹੈ ਬਈ ਇੱਕ ਹੁੰਦਾ ਝਟਕਾ ਤੇ ਇੱਕ ਹੁੰਦਾ ਹਲਾਲ, ਹੌਲੀ ਹੌਲੀ ਜਿਵਾ ਕਰਨਾ। ਸੋ ਉਸ ਤਰੀਕੇ ਵਾਲਾ ਕੰਮ ਜਿਹੜਾ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ ਕਰ ਲਿਆ। ਤੇ ਮੈਂ ਜਿੱਥੇ ਤੱਕਰ ਜਿਹੜੇ ਸੱਜਣਾ ਨੇ ਸਾਡੇ ਨਾਲ ਗੱਲ ਕੀਤੀ ਸ਼੍ਰੋਮਣੀ ਕਮੇਟੀ ਵੱਲੋਂ, ਉਹਨਾਂ ਨੂੰ ਮੈਂ ਇਹ ਗੱਲ ਆਖ ਦਿੱਤੀ ਆ ਕਿ ਜਿੰਨਾ ਭੈੜਾ ਅੱਜ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤਾ ਹੈ, ਮੈਨੂੰ ਡਰ ਵਾ ਕਿ ਬੀਬੀ ਸਤਵੰਤ ਕੌਰ ਨਾਲ ਵੀ ਇਹੋ ਜਿਹਾ ਮਾੜਾ ਕਰ ਸਕਦੇ ਆ। ਤੇ ਇਹ ਭਾਈ ਨਰੈਣ ਸਿੰਘ ਚੌੜਾ ਨੂੰ ਛੇਕਣ ਵਾਲਾ ਕੰਮ ਵੀ ਕਰਾਉਣਗੇ, ਤੇ ਗਿਆਨੀ ਗੁਰਬਚਨ ਸਿੰਘ ਨਾਲ ਵੀ, ਕਿਉਂਕਿ ਹੁਣ 15 ਦਿਨ ਤਾਂ ਸਾਫ਼ ਹੀ ਆ ਨਾ, ਵੈਸੇ ਤਾਂ ਬਾਅਦ ਵੀ ਕੋਈ ਗਰੰਟੀ ਨਹੀਂ ਹੈਗੀ ਕਿ ਗਿਆਨੀ ਹਰਪ੍ਰੀਤ ਸਿੰਘ ਦੁਬਾਰਾ ਆਉਣਗੇ, ਪਰ ਮੰਨ ਲਓ ਵੀ 15 ਦਿਨ ਤਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਵਿੱਚ ਇਹਨਾਂ ਪ੍ਰੋਗਰਾਮਾਂ ਦੇ ਮੀਟਿੰਗਾਂ 'ਚ ਬੈਠਣਾ ਨਹੀਂ। ਤੇ 15 ਦਿਨ ਦੇ ਵਿੱਚ ਵੈਸੇ ਵੀ ਆਹ ਅੱਜ ਇੱਥੇ ਇੰਡੀਆ 'ਚ ਭਾਰਤ 'ਚ ਅੱਜ 19 ਤਰੀਕ ਆ, 20 ਤਰੀਕ ਤੱਕ ਦਾ ਕਹਿੰਦੇ ਸੀ ਟਾਈਮ ਲਿਆ ਹੋਇਆ। ਤੋ ਜਿਹੜੇ 2 ਦਸੰਬਰ ਵਾਲੇ ਫੈਸਲਿਆਂ ਦੇ ਉੱਤੇ ਕੋਈ ਬਦਲਾਅ ਕਰਾਉਣਾ ਹੋਵੇ, ਕੋਈ ਵੇ ਆਊਟ, ਕੋਈ ਰਾਹ ਕੱਢਣਾ ਹੋਵੇ, ਉਹ ਵੀ ਫਿਰ ਇਹਨਾਂ ਦਿਨਾਂ 'ਚ ਕੱਢਣਾ ਹੋਊਗਾ। ਤੇ ਗਿਆਨੀ ਹਰਪ੍ਰੀਤ ਸਿੰਘ ਵਿੱਚੋਂ ਨਹੀਂ ਹੋਣਗੇ, ਤੇ ਗਿਆਨੀ ਰਘਵੀਰ ਸਿੰਘ ਤਾਂ ਪਹਿਲਾਂ ਹੀ ਜਿਹੜਾ ਹੈਗਾ ਉਹ ਸਾਰੀ ਜਿਹੜੀ ਗੱਲ ਆ ਉਸ ਹਿਸਾਬ ਨਾਲ ਕਰਦੇ ਆ ਜਿਹਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਵਾਲੀ ਉਹਨਾਂ ਨਾਲ ਨਾ ਹੋਵੇ। ਆਪਾਂ ਪਿਛਲੇ ਦਿਨਾਂ 'ਚ ਚਰਚਾ ਸਾਰੇ ਹੀ ਕਰਦੇ ਰਹੇ ਆ ਕਿ ਜਥੇਦਾਰ ਸਾਹਿਬਾਨ ਸੋਚ ਲੈਣ ਕਿ ਉਹਨਾਂ ਨੇ ਗਿਆਨੀ ਗੁਰਬਚਨ ਸਿੰਘ ਵਾਲੇ ਰਾਹ ਪੈਣਾ ਹੈ ਕਿ ਉਹਨਾਂ ਨੇ ਪੰਥ ਵਿੱਚ ਆਪਦਾ ਸਤਿਕਾਰ ਬਣਾਉਣਾ। 2 ਦਸੰਬਰ ਨੂੰ ਤਾਂ ਸਤਿਕਾਰ ਜਥੇਦਾਰਾਂ ਨੇ ਬਣਾ ਲਿਆ ਸੀ, ਪਰ ਹੁਣ ਗਿਆਨੀ ਹਰਪ੍ਰੀਤ ਸਿੰਘ ਤਾਂ ਆਪਦੀ ਜਿਹੜੀ ਕਮਾਈ ਦੀ ਗੰਢੜੀ ਹੈ ਉਹ ਲੈ ਕੇ, ਦੇਖੋ ਇੱਜ਼ਤ ਤਾਂ ਆਪਦੀ ਸਤਿਕਾਰ ਨਾਲ ਤਾਂ ਗਿਆ ਨਾ। ਜਿਵੇਂ ਗਿਆਨੀ ਜਥੇਦਾਰ ਰਣਜੀਤ ਸਿੰਘ ਨੂੰ ਜਦੋਂ ਲਾਇਆ ਤਾਂ ਅੱਜ ਉਹ ਸੰਗਤ 'ਚ ਵਿਚਰਦੇ ਤਾਂ ਹੈਗੇ ਆ ਨਾ। ਤੇ ਜਿਹੜਾ ਹੈਗਾ ਗਿਆਨੀ ਰਘਵੀਰ ਸਿੰਘ ਵਾਲਾ ਕੰਮ, ਉਹ ਤਾਂ ਹੁਣ ਜਿਹੋ ਜਿਹਾ ਉਹ ਰਾਹ ਫੜਦੇ ਫਿਰਦੇ ਆ, ਜਿਵੇਂ ਗਿਆਨੀ ਗੁਰਬਚਨ ਸਿੰਘ ਜੈਡ ਸਿਕਿਉਰਟੀਆਂ 'ਚ ਹੀ ਰਿਹਾ, ਉਵੇਂ ਫਿਰ ਜੈਡ ਸਿਕਿਉਰਟੀਆਂ ਵਾਲੇ ਰਾਹ ਹੀ ਪੈਂਦਾ ਲੱਗਦਾ ਮੈਨੂੰ ਕੰਮ ਗਿਆਨੀ ਰਘਵੀਰ ਸਿੰਘ ਵਾਲਾ। ਤਾਂ ਆਪਾਂ ਫੇਰ ਵੀ ਅਰਦਾਸ ਕਰਦੇ ਆ ਬਈ ਇਹੋ ਜਿਹਾ ਕੁਛ ਨਾ ਹੀ ਹੋਵੇ, ਪਰ ਲੱਗਦਾ ਇਹੀ ਆ ਵੀ ਉਹ ਬਾਦਲ ਕਿਆਂ ਦੀ ਬੋਲੀ ਬੋਲਣਗੇ ਤੇ ਭਾਈ ਨਰੈਣ ਸਿੰਘ ਚੌੜਾ ਦੇ ਮਾਮਲੇ ਵਿੱਚ ਵੀ ਗਲਤ ਰਾਹ ਹੀ ਪੈਣਗੇ। ਭਾਈ ਨਰੈਣ ਸਿੰਘ ਚੌੜਾ ਦੇ ਮਾਮਲੇ ਵਿੱਚ ਇੱਕ ਨਵੀਂ ਗੱਲ ਅੱਜ ਇਹ ਵਾਪਰੀ ਕਿ ਜਲੰਧਰ ਦੇ ਹਿੰਦੂ ਸ਼ਿਵ ਸੈਨਾ ਤੇ ਹੋਰ
ਕੱਟੜਪੰਥੀ ਹਿੰਦੂਆਂ ਨੇ ਐਲਾਨ ਕਰਤਾ ਕਿ ਅਸੀਂ ਇਹ ਭਾਈ ਨਰੈਣ ਸਿੰਘ ਚੌੜਾ ਦੇ ਖਿਲਾਫ ਕੋਈ ਵੱਡਾ ਪ੍ਰੋਗਰਾਮ ਕਰਨਾ, ਅਸੀਂ ਮੈਮੋਰੰਡਮ ਦੇਣਾ, ਅਸੀਂ ਪੁਤਲਾ ਫੂਕਣਾ, ਕਾਫੀ ਜ਼ਿਆਦਾ ਉਹਨਾਂ ਨੇ ਗੱਲਾਂ ਕੀਤੀਆਂ। ਪਰ ਜਦੋਂ ਸਿੱਖ ਨੌਜਵਾਨਾਂ ਨੇ, ਉੱਥੇ ਸਿੱਖ ਜਥੇਬੰਦੀਆਂ ਨੇ ਇਹਦੇ ਖਿਲਾਫ ਆਪਣਾ ਬੋਲਬਾਣੀ ਕਰਕੇ ਵੀਡੀਓ ਵਗੈਰਾ ਪਾਈਆਂ ਸੋਸ਼ਲ ਮੀਡੀਆ ਤੇ ਪਹੁੰਚੇ ਮੈਦਾਨ ਦੇ ਵਿੱਚ, ਚੰਗੀ ਵਧੀਆ ਗਿਣਤੀ ਵਿੱਚ ਨਾਅਰੇਬਾਜ਼ੀ ਵੀ ਕੀਤੀ, ਫੇਰ ਕੋਈ ਆਇਆ ਨਾ। ਬਾਅਦ ਵਿੱਚ ਉਹ ਨੌਜਵਾਨਾਂ ਨੇ ਇਹ ਕਹਿ ਕੇ ਵੀ ਵੀਡੀਓ ਪਾਈ ਆ ਵੀ ਜੇ ਆਉਣਾ ਨਹੀਂ ਹੁੰਦਾ ਤਾਂ ਤੁਸੀਂ ਇਹ ਹਿੰਦੂ ਸ਼ਿਵ ਸੈਨਾ ਵਾਲਿਓ ਕਾਹਨੂੰ ਸਾਨੂੰ ਵੀ ਖਰਾਬ ਕਰਦੇ ਹੋ ਠੰਡ ਦੇ ਵਿੱਚ, ਅਸੀਂ ਇੱਥੇ ਸਵੇਰ ਦੇ ਬੈਠੇ ਆ ਵੀ ਆਉਣਗੇ ਪਰ ਤੁਸੀਂ ਆਏ ਨਹੀਂ। ਤੋ ਕਹਿਣ ਤੋਂ ਭਾਵ ਇਹ ਹੈ ਕਿ ਭਾਈ ਨਰੈਣ ਸਿੰਘ ਚੌੜਾ ਕੱਲਾ ਬਾਦਲ ਕਿਆਂ ਨੂੰ ਨਹੀਂ ਚੁੱਭਦਾ, ਇਹ ਹਿੰਦੂ ਤਵੀਆਂ ਨੂੰ ਵੀ ਚੁੱਭਦਾ, ਕਿਉਂਕਿ ਹਿੰਦੂ ਸ਼ਿਵ ਸੈਨਾ ਦੇ ਨਾਲ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਇੱਕ ਵਾਰ ਸੁਖਬੀਰ ਸਿੰਘ ਬਾਦਲ ਨੇ ਗੱਠਜੋੜ ਕੀਤਾ ਸੀ। ਸੋ ਉਸ ਗੱਠਜੋੜ ਦੇ ਕਰਕੇ ਅਗਲਿਆਂ ਨੂੰ ਹੈਗਾ ਹੀ ਆ ਵੀ ਸਾਡੀ ਪਾਰਟੀ ਦਾ ਇਹਨਾਂ ਨਾਲ ਮੋਹ ਪਿਆਰ ਆ। ਪਰ ਬਾਦਲ ਕਿਆਂ ਨੇ ਜਿਹੜਾ ਰਾਹ ਫੜਿਆ ਹੋਇਆ ਉਹ ਤਾਂ ਪਤਾ ਹੀ ਆ ਵੀ ਜਿਹੜਾ ਵੀ ਬਾਦਲ ਕਿਆਂ ਦੇ ਉਲਟ ਚੱਲੂਗਾ, ਚਾਹੇ ਉਹ ਪੰਜ ਪਿਆਰੇ ਹੋਣ। ਪਿੱਛੇ ਆਪਾਂ ਨੂੰ ਚੇਤੇ ਆ ਉਦੋਂ ਜਿਹੜੇ 2015 ਦੇ ਵਿੱਚ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਅੰਮ੍ਰਿਤ ਛਕਾਉਣ ਵਾਲਾ ਜਥਾ ਉਹ ਫਾਰਗ ਕਰਤੇ ਸੀ, ਤੇ ਚਾਹੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗਾ ਉਹਨੂੰ ਵੀ ਨਹੀਂ ਬਖਸ਼ਣਾ। ਤੋ ਇੱਥੇ ਤਾਂ ਇਹ ਕੰਮ ਇਹਨਾਂ ਨੇ ਫੜਿਆ ਹੋਇਆ ਵੀ ਜਿਹੜਾ ਵੀ ਬੰਦਾ ਸਾਡੇ ਬਾਦਲ ਕਿਆਂ ਦੇ ਹਿੱਤਾਂ ਦੇ ਉਲਟ ਚੱਲੂਗਾ, ਆਪਦੀਆਂ ਚਾਹੇ ਸਾਡੀਆਂ ਜ਼ਮਾਨਤਾਂ ਜ਼ਬਤ ਹੋ ਜਾਣ, ਪਰ ਅਸੀਂ ਇਹ ਕੰਮ ਜਿਹੜਾ ਹੈਗਾ ਵੀ ਠੋਕੀ ਜਾਣੇ ਆ ਸਾਰੇ। ਤੇ ਦੂਜੇ ਪਾਸੇ 2015 ਦੇ ਵਿੱਚ ਜਦੋਂ ਬਰਗਾੜੀ ਬਾਈਬਲ ਕਾਂਡ ਵਾਪਰੇ, ਉਦੋਂ ਸ਼੍ਰੋਮਣੀ ਕਮੇਟੀ ਜਿਹੜੀ ਸੀ ਉਹਦੇ ਵਿੱਚ ਮੱਕੜ ਪ੍ਰਧਾਨ ਸੀ, ਜਥੇਦਾਰ ਅਵਤਾਰ ਸਿੰਘ ਮੱਕੜ, ਤੇ ਇੱਕ ਰਘੂਜੀਤ ਸਿੰਘ ਬਿਰਕਵਾ ਜਿਹੜਾ ਬਾਦਲ ਪਰਿਵਾਰ ਦਾ ਖਾਸਮ ਖਾਸ ਆ, ਸ਼ਾਇਦ ਇਹਨਾਂ ਦਾ ਨਜ਼ਦੀਕੀ ਰਿਸ਼ਤੇਦਾਰ ਆ। ਉਹਦੇ ਕਾਫੀ ਵਾਰੀ ਚਰਚੇ ਹੁੰਦੇ ਰਹਿੰਦੇ ਆ ਪੁੱਠੇ ਸਿੱਧੇ ਕਾਰਨਾਂ ਕਰਕੇ। ਉਸ ਮੌਕੇ ਵੀ ਉਹ ਸੀਨੀਅਰ ਮੀਤ ਪ੍ਰਧਾਨ ਸੀ। ਸੋ ਜਦੋਂ ਜਥੇਦਾਰ ਮੱਕੜ ਹੁਣ ਨਹੀਂ ਹੈਗਾ ਤਾਂ ਮੱਕੜ ਦੀ ਗੈਰ ਹਾਜ਼ਰੀ ਵਿੱਚ 2015 ਦੀਆਂ ਕਾਰਵਾਈਆਂ ਲਈ ਰਘੂਜੀਤ ਸਿੰਘ ਬਿਰਕ ਮੇਨ ਬੰਦਾ ਹੈ। ਤੇ ਜਿਹੜਾ ਆ ਸਾਰਾ ਚੱਲਿਆ ਪ੍ਰਕਰਨ, ਇਹਦੇ ਵਿੱਚ ਉਸ ਮੌਕੇ ਦੀ ਜਿਹੜੀ ਐਗਜੈਕਟਿਵ ਕਮੇਟੀ ਸੀ ਉਹਦੇ ਉੱਤੇ ਭਾਰੀ ਦੋਸ਼ ਆ ਕਿ ਇਹਨਾਂ ਨੇ ਕਿਵੇਂ ਤੇ ਕਿਉਂ ਜਿਹੜਾ ਕਰੋੜ ਰੁਪਏ ਦੇ ਲਾਗੇ ਗੁਰੂ ਦੀ ਗੋਲਕ ਦਾ ਇਸ਼ਤਿਹਾਰਾਂ ਦੇ ਰੂਪ ਚ ਖਰਚਿਆ। ਬਹੁਤੇ ਲੋਕਾਂ ਨੂੰ ਤਾਂ ਚੇਤੇ ਨਹੀਂ ਹੋਣਾ ਹੈਗਾ ਕਿ ਕਿਵੇਂ ਉਦੋਂ ਸ਼੍ਰੋਮਣੀ ਕਮੇਟੀ ਨੇ ਬਾਦਲ ਕਿਆਂ ਦੇ ਹਿਸਾਬ ਨਾਲ ਸਾਰੇ ਪੱਤੇ ਖੇਡੇ ਸੀ। ਖਾਲਸਾ ਪੰਥ ਅਡੀਕਦਾ ਮਰ ਗਿਆ ਔਰ ਇਹਨਾਂ ਤੋਂ ਇੱਕ ਨਿੰਦਿਆ ਦਾ ਮਤਾ ਨਹੀਂ ਪਿਆ। ਜਦੋਂ ਬੀਬੀ ਜਗੀਰ ਕੌਰ 2-3 ਸਾਲ ਪਹਿਲਾਂ ਪ੍ਰਧਾਨ ਬਣੀ ਸੀ, ਉਦੋਂ ਕਿੰਨੇ ਸਾਲਾਂ ਬਾਅਦ ਬਰਗਾੜੀ ਬੇਅਦਬੀ ਲਈ ਜਦੋਂ ਮਤਾ ਪਾਸ ਹੋਇਆ ਤਾਂ ਲੋਕਾਂ ਨੇ ਲਾਹਣਤਾਂ ਹੀ ਪਾਈਆਂ ਵੀ ਹੁਣ ਤਾਂ ਤੁਸੀਂ ਨਾ ਹੀ ਪਾਉਂਦੇ। ਖੈਰ, ਇਹ ਜਿਹੜੇ ਰਘੂਜੀਤ ਸਿੰਘ ਬਿਰਕ ਤੇ ਹੋਰ ਨੇ ਸਾਰੇ ਇਹ ਬੰਦੇ ਤਾਂ ਉਦੋਂ ਬਾਦਲ ਕਿਆਂ ਦੀ ਕਰਤੂਤ ਦਾ ਹਿੱਸਾ ਬਣੇ ਰਹੇ, ਬਰਗਾੜੀ ਬਾਈਬਲ ਕਾਂਡ ਤੇ ਹੋਰ ਸਾਰੀਆਂ ਗੱਲਾਂ 'ਚ ਉਹਨਾਂ ਦੇ ਨਾਲ ਰਹੇ। ਅੱਜ ਇਸ ਰਘੂਜੀਤ ਸਿੰਘ ਬਿਰਕ ਤੇ ਇਹਦੇ ਨਾਲ ਦਿਆਂ ਨੂੰ ਡਿਊਟੀ ਦੇਤੀ ਕਿ ਤੁਸੀਂ ਜੀ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਕਰਨੀ ਹੈ। ਦੱਸੋ ਹੁਣ ਜਾਂਚ ਉਹ ਬੰਦੇ ਕਰਨਗੇ ਜਿਹੜੇ 2 ਦਸੰਬਰ ਨੂੰ ਦੋਸ਼ੀ ਗਰਦਾਨੇ ਗਏ। ਅਜੇ ਕੱਲ ਦੀ ਗੱਲ ਆ, ਅਜੇ ਉਹਨਾਂ ਦਾ ਤਨਖਾਹਾਂ ਤਨਖੂਹਾਂ ਵਾਲਾ ਚੱਕਰ ਚੱਲਦਾ, ਅਜੇ ਉਹ ਜਿਹੜੇ ਉਸ ਦਿਨ ਦੇ ਫੈਸਲੇ ਆ ਉਹ ਪੂਰੇ ਲਾਗੂ ਨਹੀਂ ਹੋਏ। ਪਰ ਗਿਆਨੀ ਹਰਪ੍ਰੀਤ ਸਿੰਘ ਨੂੰ ਰਗੜਾ ਚਾੜਨ ਲਈ ਉਹਨਾਂ ਨੂੰ ਜਾਣ ਕੇ, ਇਹ ਤਾਂ ਡਬਲ ਬੇਇੱਜ਼ਤੀ ਆ ਨਾ। ਬੇਇੱਜ਼ਤੀ ਕਿਵੇਂ ਕਰੀਦੀ ਆ, ਉਹਦੇ ਨਾਲੋਂ ਵੀ ਜ਼ਿਆਦਾ ਬੇਇੱਜ਼ਤੀ ਕਰਕੇ ਵੀ ਲੈ ਆਹੀ ਸੀ ਨਾ ਜਿਨ੍ਹਾਂ ਦੇ ਖਿਲਾਫ ਤੈਨੂੰ ਬੜਾ ਚੜਿਆ ਹੋਇਆ ਸੀ ਵੀ ਇਹਨਾਂ ਨੇ ਬਰਗਾੜੀ ਬਾਈਬਲ ਕਰਾਇਆ, ਆ ਤੇਰੀ ਹੁਣ ਜਾਂਚ ਕਰਨਗੇ, ਤੂੰ ਭੱਜ ਕਿੱਧਰ ਭੱਜਦਾ। ਸੋ ਪੂਰਾ ਗਰਕੇ ਹੋਏ ਨੇ ਔਰ ਕੋਈ ਇਹਨਾਂ ਦਾ ਜਿਹੜਾ ਹੈਗਾ। ਪਰ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਹੁੰਦਿਆਂ ਥੋੜਾ ਬਹੁਤ ਇਹਨਾਂ ਨੂੰ ਰਹਿੰਦਾ ਸੀ, ਉਹ ਹੁਣ ਚੰਬਦੀਆਂ ਚਲਾਉਣਗੇ। ਤੇ ਜਿਹੜੇ ਕਹਿੰਦੇ ਰਹੇ ਨੇ ਕਿ ਜੀ ਬਾਦਲ ਸਾਹਿਬ ਹੁਣੀ, ਬਾਦਲ ਦਲ ਤਾਂ ਬੜਾ ਗੁੱਟ ਆ, ਤੇ ਅੱਜ ਉਹਨਾਂ ਦੀ ਪਰਖ ਦੀ ਘੜੀ ਆ ਵੀ ਭਾਈ ਦੱਸੋ ਕਿੱਧਰ ਖੜਦੇ ਹੋ। ਪਤਾ ਨਹੀਂ ਕਿਹੜੇ ਸਲਾਹਕਾਰ ਨੇ, ਮੈਨੂੰ ਤਾਂ ਲੱਗਦਾ ਕਿ ਬਾਦਲ ਦਲ ਦੇ ਸਲਾਹਕਾਰਾਂ ਨੇ ਇਹ ਮਿਥਿਆ ਹੋਇਆ ਵੀ ਅਸੀਂ ਤਾਂ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡੀ ਕਿ ਬਾਦਲ ਕਿਆਂ ਨੂੰ 5 ਵੋਟਾਂ ਨਾ ਪੈ ਜਾਣ ਸਾਰੇ ਸਿਸਟਮ ਦੇ ਵਿੱਚੋਂ, ਪਰ ਜੇ ਫੇਰ ਵੀ ਸਿੱਖ ਵੋਟਾਂ ਪਾਈ ਜਾਣ ਤਾਂ ਅਸੀਂ ਕੀ ਕਰੀਏ। ਅਸੀਂ ਤਾਂ ਹਰ ਉਹ ਕਰਤੂਤ ਕੀਤੀ ਆ
ਜਿਹਦੇ ਨਾਲ ਬਾਦਲਕਿਆਂ ਦੇ ਖਿਲਾਫ ਜਿਹੜਾ ਹੈ ਉਹ ਮਾਹੌਲ ਨੈਰੇਟਿਵ ਜਿਹੜਾ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਮਜ਼ਬੂਤ ਹੁੰਦਾ ਰਹੇ। ਸੋ ਇਸ ਮਾਹੌਲ ਦੇ ਵਿੱਚ ਅੱਜ ਸਮੁੱਚੇ ਸਿੱਖ ਜਗਤ ਦੇ ਅੰਦਰ ਇੱਕ ਰੋਸ ਦੀ ਲਹਿਰ। ਇੱਥੇ ਇੱਕ ਗੱਲ ਬੜੀ ਗੌਰ ਕਰਨ ਵਾਲੀ ਆ ਵੀ ਜਦੋਂ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ ਦਿੱਤੀ, ਉਦੋਂ ਬਾਅਦ ਚ ਸਿੱਖ ਨੌਜਵਾਨਾਂ ਨੂੰ ਬੜਾ ਰੋਸ ਸੀ। ਇੱਕ ਨੌਜਵਾਨ ਨੇ ਗਿਆਨੀ ਮੱਲ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਉੱਤੇ ਕਾਤਲਾਨਾ ਹਮਲਾ ਵੀ ਕਰਤਾ ਸੀ। ਤੋ ਜਿਹੋ ਜਿਹਾ ਮਾਹੌਲ ਹੁਣ ਬਣਿਆ ਹੋਇਆ, ਖਾਸ ਤੌਰ ਤੇ ਭਾਈ ਨਰੈਣ ਸਿੰਘ ਚੌੜੇ ਵਾਲਾ ਐਕਸ਼ਨ ਸਭ ਦੇ ਸਾਹਮਣੇ ਆ। ਕੱਲ ਕਲਾਂ ਨੂੰ ਕੁਛ ਇਹੋ ਜਿਹਾ ਨਾ ਹੋ ਜੇ ਜਿਹਦੇ ਕਰਕੇ ਸਾਨੂੰ ਇਹ ਲੱਗੇ ਕਿ ਯਾਰ ਕਿੰਨਾ ਗਲਤ ਹੋ ਗਿਆ। ਪਰ ਬਾਦਲਕੇ ਚਾਹੁੰਦੇ ਇਹੀ ਨੇ। ਉਹ ਜਿਹੜੇ ਨੌਜਵਾਨ ਨੇ ਪੱਗ ਲਾਈ ਸੀ ਉਸ ਨੌਜਵਾਨ ਨੂੰ ਵੀ ਪੂਰਾ ਪੰਪ ਚਾੜਿਆ ਹੋਇਆ ਵੀ ਤੈਨੂੰ ਪਰਵਾਹ ਕਰਨ ਦੀ ਲੋੜ ਨਹੀਂ, ਵੀ ਅਸੀਂ ਆਪੇ ਸਾਂਭਾਂਗੇ। ਮਜੀਠੀਆ ਵੱਲੋਂ, ਬਾਦਲਕਿਆਂ ਵੱਲੋਂ ਇਹ ਉਹਨੂੰ ਕਿਹਾ ਜਾ ਰਿਹਾ। ਤੇ ਉਹਦੇ ਨਾਲ ਕੀ ਆ ਵੀ ਜੇ ਕੋਈ 4 ਸਿੱਖ ਨੌਜਵਾਨਾਂ ਨੇ ਉਹਦੇ ਛੱਤਰ ਫੇਰਤਾ, ਕਹਿੰਦੇ ਉਹਨਾਂ ਦੀ ਬਦਨਾਮੀ ਹੋਊਗੀ ਜਿਹੜੇ ਸਾਡੇ ਵਿਰੋਧ ਕਰਦੇ ਆ। ਆਹ ਤਾਂ ਇਹਨਾਂ ਦਾ ਹਾਲ ਆ। ਤੋ ਅੱਜ 2 ਦਸੰਬਰ ਵਾਲੇ ਫੈਸਲੇ ਬਦਲਣ ਦੇ ਫੈਸਲੇ ਤਹਿਤ ਗਿਆਨੀ ਹਰਪ੍ਰੀਤ ਸਿੰਘ ਨੂੰ ਤਾਂ ਕਰਤਾ ਲਾਂਭੇ। ਚਲੋ ਚੰਗੀ ਗੱਲ ਆ, ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ ਕਰਾਉਣ ਤੋਂ ਗਿਆਨੀ ਹਰਪ੍ਰੀਤ ਸਿੰਘ ਬਚ ਗਏ ਤੇ ਨਾਲੇ ਗਿਆਨੀ ਗੁਰਬਚਨ ਸਿੰਘ ਵਾਲੀ ਜਿਹੜੀ ਆ ਉਹਦੇ ਤੋਂ ਬਚ ਗਏ। ਤੇ ਜਿਹੜੀ ਇਹਨਾਂ ਨੇ ਉਹਦੇ ਬਾਰੇ ਸੋਚਿਆ ਵੀ ਆਪਾਂ ਇਹਨੂੰ ਹੌਲੀ ਹੌਲੀ ਵੱਢਾਂਗੇ, ਉਹਦੇ ਬਾਰੇ ਇੱਕ ਸ਼ੇਰ ਚੇਤੇ ਆਉਂਦਾ, ਉਹ ਕਹਿੰਦਾ ਇਨਸੇ ਵੀ ਮਿਲੀਏ सलीके वाले लोग हैं, सार सैर जानी के सैर भी कतल करेंगे तो एहतराम से, भी हौली हौली सहज नाल सैर वड्डणगे, तेरा बड़े वधिया बंदे ने। तो उस तरीके नाल अज ਗਿਆਨੀ हरप्रीत सिंह दे उत्ते जिहड़ा इन्हां ने अपने वल्लों बहुत वड्डा हल्ला बोलिया, वो उल्टा ये हो गया कि जिथों ये तुरे सी, क्योंकि 2 ਦਸੰਬਰ ਤਾਂ ਸਿਖਰ ਮੰਨਿਆ ਜਾ ਰਿਹਾ ਸੀ ਗੱਲ ਦਾ ਕਿ ਹੁਣ ਮੋੜਾ ਪੈ ਜੂ। ਜਿੱਥੋਂ ਤੁਰੇ ਸੀ ਕਿ ਬਿਲਕੁਲ ਦੁਰਗਤੀ ਆ, ਅੱਜ ਉੱਥੇ ਲਿਜਾ ਕੇ ਆਪਦੀ ਪਾਰਟੀ ਨੂੰ ਸੁੱਟ ਲਿਆ ਇਹਨਾਂ ਨੇ। ਕਿਉਂਕਿ ਹੁਣ ਇਹਨਾਂ ਨੂੰ ਵੋਟ ਬਾਟ ਵਾਲਾ ਕੰਮ ਤਾਂ ਪੰਜਾਬ ਚੋਂ ਖਤਮ ਆ। ਸੁਭਾਵਕ ਆ ਕਿ ਦੂਜੀਆਂ ਪਾਰਟੀਆਂ ਬੀਜੇਪੀ ਜਾਂ ਹੋਰ ਆਪਦਾ ਦਾ ਲਾਉਣਾ ਚਾਹੁਣਗੀਆਂ। ਹੁਣ ਉਹ ਚਾਹੁਣਗੇ ਕੋਈ ਇਹੋ ਜਿਹਾ ਅਕਾਲੀ ਦਲ ਪੰਜਾਬ 'ਚ ਪੈਦਾ ਹੋਵੇ ਜਿਹੜਾ ਬਾਦਲਕਿਆਂ ਦੇ ਪੈਰਲਲ ਹੋਵੇ, ਜਿਹਨੂੰ ਅਸੀਂ ਖੜਾ ਕਰੀਏ ਤੇ ਸਾਥ ਸਹਿਯੋਗ ਦੇ ਕੇ ਉਹਨਾਂ ਤੋਂ ਸ਼੍ਰੋਮਣੀ ਕਮੇਟੀ ਖੋਈਏ। ਸੋ ਬੀਜੇਪੀ ਜਾਂ RSS ਸਪਾਂਸਰਡ ਇੱਕ ਧਿਰ ਵੀ ਪੰਜਾਬ ਦੇ ਵਿੱਚ ਪੈਦਾ ਹੋਏਗੀ। ਪਰ ਜਿਹੜੀ ਗੱਲ ਕਹੀ ਜਾ ਰਹੀ ਹੈ, ਜਿਹੜੀ ਗੱਲ ਇਹ ਆਖੀ ਜਾ ਰਹੀ ਆ ਕਿ ਸੁਖਬੀਰ ਬਿਨਾਂ ਕਿੱਥੇ ਅਕਾਲੀ ਦਲ ਚੱਲ ਪਊ, ਉਹ ਪੈਸਾ ਕਿਹੜਾ ਖਰਚੂ, ਇਹ ਇਉਂ ਲੱਗਦਾ ਜਿਵੇਂ ਸਮੁੱਚਾ ਖਾਲਸਾ ਪੰਥ ਬਾਦਲ ਪਰਿਵਾਰ ਦਾ ਮਥਾਜ ਹੋਵੇ। ਸਾਡੇ ਸਾਹਮਣੇ ਆ ਜਦੋਂ ਇਹ ਮਜੀਠੀਏ, ਭੂੰਦੜ, ਜਗੀਰ ਕੌਰ, ਬਲਟੋਹੇ, ਢੀਂਡਸੇ, ਚੰਦੂ ਮਾਜਰੇ, ਵੱਡੇ ਬਾਦਲ, ਛੋਟੇ ਬਾਦਲ ਹੁਣੀ ਹੁੰਦੇ ਨਹੀਂ ਸੀ, ਉਦੋਂ ਵੀ ਪੰਥ ਚੱਲਦਾ ਰਿਹਾ। ਜਦੋਂ ਇਹ ਮਰ ਮੁੱਕ ਜਾਣਗੇ, ਨਹੀਂ ਹੋਣਗੇ, ਉਦੋਂ ਵੀ ਪੰਥ ਨੇ ਚੱਲੀ ਜਾਣਾ। ਅੱਜ ਕਿਉਂ ਇਉਂ ਜਚਾਇਆ ਜਾ ਰਿਹਾ ਕਿ ਪੰਥ ਇਹਨਾਂ 15, 20, 50 ਬੰਦਿਆਂ ਦਾ ਮਥਾਜ। ਸੋ ਖਾਲਸਾ ਪੰਥ ਨੂੰ ਇੱਕ ਤਾਂ ਇਸ ਗਧੀ ਗੇੜ ਚੋਂ ਨਿਕਲਣ ਦੀ ਲੋੜ ਆ। ਦੂਜਾ ਇਹ ਆ ਕਿ ਸਾਡੀ ਲੜਾਈ ਇਹ ਨਹੀਂ ਹੈ ਜਿਹੜੀ ਇਸ ਮੌਕੇ ਬਣਾਈ ਜਾ ਰਹੀ। ਸਾਡੀ ਲੜਾਈ ਤਾਂ ਖਾਲਿਸਤਾਨ ਦੀ ਹੈ, ਕੌਮ ਦੀ ਆਜ਼ਾਦੀ ਦੀ ਹੈ। ਇਹ ਸਾਰਾ ਸਿਸਟਮ ਤਾਂ ਭਾਰਤ ਦੇ ਸਿਸਟਮ ਦੇ ਵਿੱਚ ਸਿੱਖਾਂ ਦਾ ਵਿਸ਼ਵਾਸ ਪੱਕਾ ਕਰਨ ਵਾਲਾ, ਸਿੱਖਾਂ ਨੂੰ ਗਧੀ ਗੇੜ ਪਾਉਣ ਵਾਲਾ ਸਿਸਟਮ। ਹੈਰਾਨੀ ਦੀ ਗੱਲ ਇਹ ਆ ਕਿ ਦਮਦਮੀ ਟਕਸਾਲ ਦੇ ਬੁਲਾਰੇ ਅਮਰੀਕਾ ਤੋਂ ਇੱਥੇ ਆਏ ਹੋਏ ਨੇ, ਜਤਿੰਦਰ ਸਿੰਘ ਕਰਕੇ, ਭਾਈ ਜਤਿੰਦਰ ਸਿੰਘ। ਉਹਨਾਂ ਦੀ ਇੱਕ ਇਸੇ ਤਰੀਕੇ ਦੀ ਇੰਟਰਵਿਊ ਘੁੰਮ ਰਹੀ ਆ। ਉਹਦੇ ਵਿੱਚ ਉਹ ਪਤਾ ਨਹੀਂ ਮਜ਼ਾਕ 'ਚ ਕਹਿ ਰਹੇ ਨੇ ਜਾਂ ਕਿਵੇਂ ਆ, ਉਹਨੂੰ ਪੁੱਛਿਆ ਸਵਾਲ ਕਿ ਭਾਈ ਜੇ ਜਿਵੇਂ ਦਾ ਤੁਹਾਡਾ ਬੀਜੇਪੀ ਨਾਲ ਸਾਝ ਬਣ ਗਈ, ਅਗਲੀ 2027 'ਚ ਕਿਤੇ ਜਿਹੜਾ ਮੁੱਖ ਮੰਤਰੀ ਆ ਉਹ ਟਕਸਾਲ 'ਚੋਂ ਤਾਂ ਨਹੀਂ ਕੋਈ ਬਣੂ। ਤੇ ਉਹ ਕਹਿ ਰਹੇ ਆ ਵੀ ਜੇ ਇਹ ਗੱਲ ਹੋ ਜੇ ਤਾਂ ਫਿਰ ਤਾਂ ਕੰਮ ਹੀ ਖਤਮ ਆ, ਫਿਰ ਤਾਂ ਮਸਲੇ ਹੀ ਹੱਲ ਆ, ਫਿਰ ਤਾਂ ਡਨ ਹੋ ਗਿਆ। ਹੁਣ ਭਾਈ ਕਿੱਥੇ ਡਨ, ਕਿੱਥੇ ਟਕਸਾਲ ਦੇ ਮੁਖੀ ਬਾਬਾ ਜਰਨੈਲ ਸਿੰਘ ਨੇ ਜਿਹੜਾ ਨਿਸ਼ਾਨਾ ਸਾਡਾ ਮਿਥਿਆ, ਉਹ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਜਾਂ ਬਣਨ ਦਾ ਥੋੜੀ ਮਿਥਿਆ। ਸੋ ਜਿਹੜਾ ਖਾਲਸਾ ਪੰਥ ਨੂੰ ਸਾਰੇ ਪਾਸੇ ਰਲ ਮਿਲ ਕੇ ਇਹ
ਰਾਹ ਤੋਰਿਆ ਜਾ ਰਿਹਾ ਕਿ ਲਓ ਜੀ ਆਪਾਂ ਫਲਾਨਾ ਲੀਡਰ ਬਣਾਉਣਾ ਤੇ ਫਲਾਨਾ ਢਾਉਣਾ, ਫਲਾਣੇ ਦੀ ਸਰਕਾਰ ਲਾਉਣੀ, ਫਲਾਣੇ, ਇਹ ਆਪਾਂ ਕਿਹੜੇ ਪਾਸੇ ਨੂੰ ਤੁਰ ਪਏ? ਲੜਾਈ ਤਾਂ ਸੀ ਖਾਲਿਸਤਾਨ ਦੀ, ਤੇ ਹੁਣ ਤਾਂ ਵੱਧ ਅਧਿਕਾਰਾਂ ਦੀ ਵੀ ਨਹੀਂ ਗੱਲ ਕੋਈ ਕਰਦਾ। ਹੁਣ ਤਾਂ ਜਿਹੜਾ ਬੀਜੇਪੀ ਸਪਾਂਸਰਡ, RSS ਸਪਾਂਸਰਡ ਇੱਥੇ ਅਕਾਲੀ ਦਲ ਆ ਜੂ, ਉਹ ਕਿਸੇ ਪਾਸੇ ਬਿਲਕੁਲ ਹੀ ਖੂਹ ਖਾਤੇ ਲੈ ਜੂ। ਸੋ ਇਸ ਮੌਕੇ ਸਾਡੀ ਕੌਮ ਨੂੰ ਇਹ ਸੋਚਣ ਵਿਚਾਰਨ ਦੀ ਲੋੜ ਹੈ ਕਿ ਜਿਹੜਾ, ਕਿਉਂਕਿ ਇਹਨਾਂ ਦਿਨਾਂ 'ਚ ਸਾਡੀਆਂ ਕੌਮ ਦੀਆਂ ਸ਼ਹਾਦਤਾਂ ਦਾ, ਪਰਿਵਾਰ ਵਿਛੋੜੇ ਦਾ, ਸਰਹੰਦ, ਚਮਕੌਰ ਦਾ ਜਿਹੜੀ ਜੜ, ਮੁਗਲ ਰਾਜ ਦੀ ਜੜ ਪੱਟੀ ਗਈ, ਇਹ ਸਾਰਾ ਪ੍ਰਸੰਗ ਇਹਨਾਂ ਦਿਨਾਂ 'ਚ ਸਾਡੇ ਢਾਡੀ ਰਾਗੀ ਸੁਣਾਉਂਦੇ ਆ, ਕਿਉਂਕਿ ਇਹ ਬਹੁਤ ਇਤਿਹਾਸਕ ਦਿਹਾੜੇ ਚੱਲ ਰਹੇ ਨੇ ਇਹਨਾਂ ਦਿਨਾਂ 'ਚ। ਸੋ ਸਾਨੂੰ ਉਹ ਚੇਤੇ ਰੱਖਣ ਦੀ ਲੋੜ ਆ, ਜਦੋਂ ਸੂਬਾ ਸਰਹੰਦ ਦੀ ਕਚਹਿਰੀ 'ਚ ਖੜ ਕੇ ਸਾਹਿਬਜ਼ਾਦਿਆਂ ਨੇ ਕਿਹਾ ਸੀ ਕਿ ਜੰਗਲਾਂ 'ਚ ਜਾਵਾਂਗੇ, ਹਥਿਆਰ ਤੇ ਸ਼ਸਤਰ ਜੋੜਾਂਗੇ ਤੇ ਫਿਰ ਤੁਹਾਡੇ ਨਾਲ ਲੜਾਂਗੇ ਤੇ ਆਪਦੀ ਆਜ਼ਾਦੀ ਲਈ, ਧਰਮ ਦੀ ਚੜ੍ਹਦੀ ਕਲਾ ਲਈ ਇਦਾਂ ਹੀ ਲੜਦੇ ਰਹਾਂਗੇ। ਸੋ ਇਸ ਮੌਕੇ ਵੀ ਸਾਡੇ ਸਰੋਕਾਰ ਜਿਹੜੇ ਨੇ ਉਹ ਇਹਨਾਂ ਗੱਲਾਂ ਦੇ ਨਾਲ ਰਹਿਣੇ ਨੇ। ਸਾਨੂੰ, ਅਸੀਂ ਇਹਨਾਂ ਗੱਲਾਂ ਤੋਂ ਨਿਰਲੇਪ ਨਹੀਂ ਰਹਿ ਸਕਦੇ ਜੋ ਘਟਨਾਕ੍ਰਮ ਪੰਥ 'ਚ ਵਾਪਰਦਾ, ਪਰ ਮੁੱਖ ਨਿਸ਼ਾਨਾ ਜਿਹੜਾ ਉਹ ਖਾਲਿਸਤਾਨ ਆ। ਇਹ ਸਾਰੀਆਂ ਚੀਜ਼ਾਂ ਤਾਂ ਇਹਨਾਂ ਦੇ ਤਾਂ ਹੈਰਾਨੀ ਆਉਂਦੀ ਹੈ। ਚੇਤੇ ਕਰੋ, ਵੱਡੇ ਬਾਦਲ ਨੇ ਇੱਕ ਵਾਰੀ ਭਾਰਤ ਦਾ ਸੰਵਿਧਾਨ ਸਾੜਿਆ ਸੀ, ਧਾਰਾ 25(2) ਵੀ ਦਿੱਲੀ 'ਚ, ਉਹ ਫੋਟੋ ਮੈਂ ਕਈ ਵਾਰ ਸਾਂਭ ਕੇ ਰੱਖੀ ਹੋਈ ਆ। ਦੂਜਾ, ਜਦੋਂ ਜੂਨ 84 ਵਾਪਰਿਆ ਤਾਂ ਵੱਡੇ ਬਾਦਲ ਨੇ ਕਹਿਤਾ ਵੀ ਸਾਰੇ ਫੌਜੀ ਜਿਹੜੇ ਨੇ ਉਹ ਬੈਰਕਾਂ ਛੱਡ ਦਿਓ, ਬਗਾਵਤ ਕਰ ਦਿਓ। ਇਦਾਂ ਦੇ ਕਈ ਕਾਰਨਾਮੇ ਨੇ। ਬਾਦਲ ਸਾਹਿਬ ਨੇ ਸਿੱਖ ਕੌਮ ਨੂੰ ਭਾਰਤੀ ਸੰਵਿਧਾਨ ਸਾੜ ਕੇ ਇੰਡੀਆ ਦੇ ਉਲਟ ਖੜਾ ਕੀਤਾ, ਚੰਗੀ ਗੱਲ ਆ। ਜੇ ਫੌਜਾਂ ਨੂੰ ਬਗਾਵਤ ਕਰਨ ਲਈ ਕਿਹਾ, ਚੰਗੀ ਗੱਲ ਆ, ਪਰ ਆਪ ਉਹ ਬਾਅਦ ਵਿੱਚ ਬੜੀ ਮੌਜ ਨਾਲ ਭਾਰਤ ਮਾਤਾ ਦੇ ਲਾਡਲੇ ਪੁੱਤ ਬਣ ਕੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕ ਕੇ ਕੁਰਸੀਆਂ ਮਾਣਦੇ ਆ, ਗਾਹਾਂ ਮੁੰਡੇ ਦਾ, ਗਾਹਾਂ ਪੋਤੇ ਦਾ ਜੁਗਾੜ ਕਰਕੇ ਜਾਂਦੇ ਆ। ਤੋ ਇਹ ਜਿਹੜੀ ਸਿਆਸਤ ਵਾ ਇਸ ਮੌਕੇ, ਇਹ ਸਾਡੇ ਲਈ ਬੜੀ ਖਤਰਨਾਕ ਆ, ਜਿਹੜੀ ਸਾਡੀ ਇਹ ਭਾਰਤੀ ਮੁੱਖ ਧਾਰਾ ਨਾਲ ਜੁੜੀ ਹੋਈ ਸਿਆਸਤ ਵਾ। ਸੋ ਸਾਡੀ ਲੜਾਈ ਜਿਹੜੀ ਆ ਇੰਟਰਨੈਸ਼ਨਲ ਲੈਵਲ ਤੇ ਜੋ ਮਾਹੌਲ ਬਣਿਆ ਹੋਇਆ, ਉਹਦੇ ਵਿੱਚ ਸਾਰੇ ਪਾਸਿਓਂ ਸਾਨੂੰ ਇਹੀ ਸੁਨੇਹੇ ਮਿਲ ਰਹੇ ਨੇ ਕਿ ਪੰਜਾਬ ਵਿੱਚ ਤਕੜੇ ਹੋਵੋ। ਪਰ ਸਾਨੂੰ ਦਿਖ ਰਿਹਾ ਕਿ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਧੜੇਬਾਜ਼ੀ, ਪੋਲਰਾਈਜੇਸ਼ਨ, ਇੱਕ ਦੂਜੇ ਦੇ ਖਿਲਾਫ ਖਾਨਾ ਜੰਗੀ ਕਰਵਾ ਕੇ ਬੜੀ ਖੂਬਸੂਰਤੀ ਨਾਲ ਇੱਥੇ ਇਹ ਮਾਹੌਲ ਸਿਰਜਿਆ ਜਾ ਰਿਹਾ ਵੀ ਜੇ ਕੋਈ ਖਾਲਿਸਤਾਨ ਦੀ ਜਾਂ ਕੌਮ ਦੀ ਆਜ਼ਾਦੀ ਦੀ ਗੱਲ ਚੱਲੇ ਵੀ ਤਾਂ ਜਿਹੜਾ ਆਊਟਸਾਈਡਰ ਆ ਉਹ ਕਵੇ ਵੀ ਇਹਨਾਂ ਨੂੰ ਆਜ਼ਾਦੀ, ਇਹ ਤਾਂ ਆਪਸ ਵਿੱਚ ਹੀ ਇੱਕ ਦੂਜੇ ਦੇ ਖਿਲਾਫ ਝੰਡੇ ਚੱਕੀ ਫਿਰਦੇ ਆ। ਸੋ ਸਾਡੀ ਕੌਮ ਨੂੰ ਇਸ ਮੌਕੇ ਸਹਿਜ ਵਿੱਚ, ਧੀਰਜ ਵਿੱਚ ਆ ਕੇ ਇਹਨਾਂ ਗੱਲਾਂ ਤੇ ਚਰਚਾਵਾਂ ਕਰਨ ਦੇ ਨਾਲ ਨਾਲ ਇਹ ਜ਼ਰੂਰ ਵਿਚਾਰਨ ਦੀ ਲੋੜ ਆ ਕਿ ਖਾਲਿਸਤਾਨ ਬਗੈਰ ਸਾਡਾ ਗੁਜ਼ਾਰਾ ਨਹੀਂ। ਤੇ ਇੰਟਰਨੈਸ਼ਨਲ ਲੈਵਲ ਤੇ ਸਾਡੇ ਭਾਈਚਾਰੇ ਨੇ ਜੋ ਇਸ ਮੌਕੇ ਮੱਲਾਂ ਮਾਰੀਆਂ ਨੇ, ਉਹਨਾਂ ਦੇ ਹਿਸਾਬ ਨਾਲ ਪੰਜਾਬ ਦੀ ਧਰਤੀ ਉੱਤੇ ਵੀ ਖਾਲਿਸਤਾਨ ਦੀ ਆਜ਼ਾਦੀ ਦੀ ਜਿਹੜੀ ਲੜਾਈ ਆ ਉਹਨੂੰ ਹੋਰ ਤੇਜ਼ ਕੀਤਾ ਜਾਵੇ। ਸੋ ਇੱਥੇ ਸਮਾਪਤੀ ਆ, ਕੱਲ ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।